ਗੁਣ ਗਾਵੋ ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਬਿਗਨਨ ਕੇ ਨਾਸ਼ਕ ਸ਼੍ਰੀ ਗੁਰ ਹਰਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਾਮੋ ਕਾਰ ਜੋਰੀ ਨਾਮੋ ਕਾਰ ਜੋਰੀ ਸ਼੍ਰੀ ਗੁਰ ਕ੍ਰਿਸ਼ਨ ਮਨਾਏ ਬਹੋਰੀ ਸ਼੍ਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਾਰ ਤਾਰ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸ਼ਨ ਸੋਏ जगत तोए बताए सुनो शाह निश्चय करो एको राम खुदाए श्री परमेश्वर एक है। वाहिगुरु जी का खालसा वाहिगुरु जी की फतेह। परम सन्मान सत्कारयोग
ਜੁਗੋ ਜੁਗ ਅਟਲ ਸ਼ਬਦ ਗੁਰੂ ਜਬਰ ਤਖਤ ਛਤਰ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸਮਰੱਥ ਪ੍ਰਤੱਖ ਹਾਜ਼ਰ ਨਾਜ਼ਰ ਸਤਿਗੁਰੂ ਵਾਲੀਏ ਦੋ ਜਹਾਂ ਹਲਤ ਪਲਤ ਦੇ ਰੱਖਿਅਕ ਧੰਨ ਧੰਨ ਸਾਹਿਬ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਐਸੇ ਦੀਨ ਦਿਆਲ ਸਤਿਗੁਰੂ ਪਾਤਸ਼ਾਹ ਜੀ ਦੀ ਅਪਰੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਸ਼੍ਰੀ ਦਸ਼ਮੇਸ਼ ਪਿਤਾ ਜੀ ਸ਼੍ਰੀ ਕਲਗੀਧਰ ਜੀ ਪੰਥ ਵਾਲੀ ਅੰਮ੍ਰਿਤ ਦੇ ਦਾਤੇ ਸਤਿਗੁਰੂ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਅਰਸ਼ਾਂ ਫਰਸ਼ਾਂ ਦੇ ਮਾਲਕ ਨੀਲੇ ਦੇ ਸ਼ਾਹੇ ਅਸਵਾਰ ਦੇਗ ਤੇਗ ਦੇ ਧਣੀ ਮਰਦ ਅਗੰਮੜੇ ਧੰਨ 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 ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਇਤਿਹਾਸਕ ਮੁਕੱਦਸ ਪਾਕ ਅਸਥਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਵਿਖੇ ਹਾਜ਼ਰੀਆਂ ਭਰ ਰਹੇ ਯਾਤਰਾ ਕਰਦਿਆਂ ਸਾਹਿਬਾਨ ਜੀ ਦੀ ਮਹਾਨ ਗੁਰੂ ਸੰਗਤ ਪੰਗਤ ਦਾ ਲਾਹਾ ਲੈ ਰਹੇ ਗੁਰੂ ਸਵਾਰੇ ਗੁਰੂ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਗੁਰੂ ਰੂ ਸਾਧ ਸੰਗਤ ਜੀਓ ਆਪ ਜੀ ਵਡਭਾਗੇ ਹੋ ਜੋ ਗੁਰੂ ਪਾਤਸ਼ਾਹ ਦੇ ਬਖਸ਼ੇ ਉਦਮ ਉਪਰਾਲੇ ਦੁਆਰਾ ਸਾਹਿਬਾਨ ਦੇ ਅਸਥਾਨ 'ਤੇ ਹਾਜ਼ਰੀਆਂ ਭਰਦਿਆਂ ਲਾਹਾ ਲੈ ਰਹੇ ਹੋ। ਸਤਿਗੁਰੂ ਪਾਤਸ਼ਾਹ ਦੇ ਪਾਵਨ ਅਸਥਾਨ 'ਤੇ ਲੜੀਵਾਰ ਸਤਿਗੁਰੂ ਜੀ ਦੇ ਜੀਵਨ ਬਿਰਤਾਂਤ ਦੀ ਗੁਰੂ ਇਤਿਹਾਸ ਦੀ ਵਿਚਾਰ ਚੱਲ ਰਹੀ ਹੈ। ਪੰਜਵੇਂ ਪਾਤਸ਼ਾਹ ਗੁਰਦੇਵ ਧੰਨ 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 ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦੇ ਨਾਲ ਦੁਸ਼ਟ ਚੰਦੂ ਨੇ ਬੜਾ ਭਾਰੀ ਵੈਰ ਵਿਰੋਧ ਕਰਦਿਆਂ ਹੋਇਆਂ ਬਾਦਸ਼ਾਹ ਜਹਾਂਗੀਰ ਦੇ ਕੰਨ ਭਰੇ ਸਤਿਗੁਰੂ ਪਾਤਸ਼ਾਹ ਦੇ ਵਿਰੁੱਧ ਬਹੁਤ ਸਾਰੀ ਬਾਦਸ਼ਾਹ ਨੂੰ ਚੁੱਕਣਾ ਦਿੱਤੀ। ਗੁਰੂ ਪਾਤਸ਼ਾਹ ਦੇ ਪ੍ਰਤੀ ਨਿੰਦਾ ਦੇ ਬੋਲ ਬੋਲ ਕਰਕੇ ਬਾਦਸ਼ਾਹ ਦੇ ਮਨ ਦੇ ਵਿੱਚ ਨਫ਼ਰਤ ਤੇ ਵੈਰ ਵਿਰੋਧ ਪੈਦਾ ਕੀਤਾ। ਸੋ ਜਿਸ ਕਰਕੇ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਬਾਦਸ਼ਾਹ ਦੇ ਸੱਦੇ 'ਤੇ ਲਾਹੌਰ ਪਹੁੰਚੇ ਹਨ। ਭਾਈ ਸੱਦੇ ਜੀ ਦੇ ਘਰ ਵਿਖੇ ਸਾਹਿਬਾਂ ਪੜਾ ਲਾਇਆ। ਇੱਕ ਦਿਨ ਸੰਗਤਾਂ ਨਾਲ ਰਾਵੀ ਵਾਲੇ ਪਾਸੇ ਨੂੰ ਚੱਲੇ ਜਾ ਰਹੇ ਸਨ। ਜਦੋਂ ਦੁਸ਼ਟ ਚੰਦੂ ਦੀ ਨਿਗਾਹ ਪਈ ਸਾਹਿਬਾਂ ਦੀ ਮਾਨ ਵਡਿਆਈ ਸਨਮਾਨ ਪ੍ਰਭਤਾ ਵੇਖ ਕੇ ਈਰਖਾ ਦੀ ਅੱਗ ਵਿੱਚ ਸੜ ਭੁੱਜ ਗਿਆ ਔਰ ਬਾਦਸ਼ਾਹ ਦੇ ਨਾਲ ਮੇਲ ਜੋਲ ਕਰਕੇ ਚਾਹੁੰਦਾ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਬਾਦਸ਼ਾਹ ਦੇ ਕੋਲ ਬੁਲਵਾਇਆ ਜਾਏ। ਸੋ ਇਸ ਤਰ੍ਹਾਂ ਬਾਦਸ਼ਾਹ ਨੂੰ ਜਾ ਕੇ ਦੱਸਿਆ। ਬਾਦਸ਼ਾਹ ਨੇ ਵਜ਼ੀਰ ਖਾਨ ਨੂੰ ਜੋ ਇੱਕ ਅਹਿਲਕਾਰ ਸੀ ਗੁਰੂ ਘਰ ਦਾ ਸ਼ਰਧਾਲੂ ਸੀ ਉਸ ਦੀ ਡਿਊਟੀ ਲਾਈ ਕਿ ਗੁਰੂ ਪਾਤਸ਼ਾਹ ਨੂੰ ਤੁਸੀਂ ਸੱਦਾ ਪੱਤਰ ਦੇ ਕੇ ਆਓ, ਉਹ ਸਾਨੂੰ ਮੁਲਾਕਾਤ ਦਾ ਸਮਾਂ ਦੇਣ। ਸੋ ਵਜ਼ੀਰ ਖਾਨ ਗੁਰੂ ਪਾਤਸ਼ਾਹ ਦੇ ਹਜ਼ੂਰ ਪਹੁੰਚਾ। ਸਾਹਿਬਾਂ ਦੀ ਮਹਿਮਾ ਵਡਿਆਈ ਕੀਤੀ ਜਿਸ ਦਾ ਜਲੋਦਰ ਦਾ ਰੋਗ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਠੀਕ ਹੋਇਆ ਸੀ। ਸੋ ਗੁਰੂ ਪਾਤਸ਼ਾਹ ਮਹਾਰਾਜ ਜੀ ਚਾਲਾ ਪਾ ਕਰਕੇ ਬਾਦਸ਼ਾਹ ਜਹਾਂਗੀਰ ਦੇ ਪਾਸ ਪਹੁੰਚੇ। ਮੁਲਾਕਾਤ ਹੋਈ, ਪਰਸਪਰ ਦਵੱਲੀ ਗੱਲਬਾਤ ਚੱਲੀ। ਬਾਦਸ਼ਾਹ ਨੇ ਸਵਾਲ ਕੀਤਾ ਹੈ ਕਿ ਖੁਦਾ ਪਰਮੇਸ਼ਰ ਜਿਹੜਾ ਹੈ ਅਕਾਲ ਪੁਰਖ ਵਾਹਿਗੁਰੂ ਉਸ ਦੇ ਸੰਬੰਧ ਵਿੱਚ ਸਾਨੂੰ ਦੱਸੋ ਜਿਸ ਨੂੰ ਹਿੰਦੂ ਲੋਕ ਰਾਮ ਕਹਿੰਦੇ ਹਨ, ਅਸੀਂ ਲੋਕ ਖੁਦਾ ਕਹਿੰਦੇ ਹਾਂ। ਸੋ ਇਹਨਾਂ ਵਿੱਚੋਂ ਵੱਡਾ ਕੌਣ ਹੈ? ਕਿਸ ਦੀ ਕਲਿਆਣ ਹੋਵੇਗੀ, ਕਿਸ ਨੂੰ ਰੱਬ ਦੀ ਪਰਮਾਤਮਾ ਦੀ ਖੁਸ਼ੀ ਮਿਲੇਗੀ?
दोनों मह को सहब जाने, किस पर करना करे खुदाए। खुदा किदे ते कृपा करेगा, कौन साच कह कूर कहे को, ये संशय मेरे मन आए। सच कौन कहता है ते झूठ कौन बोलता है, आ शंका मेरे मन में आउंदा है। हे पीर जी, तुसी ये शंका जवाब दे के मैनू मेरी तसल्ली करवाओ, ये शंका दूर करो। बादशाह दे कोलों सुन के पंचम गुरुदेव ने धुर की बाणी द्वारा पावन शब्दोच्चारण किया, जो रामकली राग के अंदर दर्ज है कि ऐ बादशाह, अपनी अपनी निष्ठा भावना शरधा अकीदे अनुसार कोई अकाल पुरख का नाम राम कह कह के उसकी वडियाई करता है, कोई खुदा आखदा है खुद आया होया परमेश्वर। खुदा का अर्थ होंदा जिहड़ा खुद आया होया परमेश्वर है। कोई उसनूं गुसाइयाँ कहता है, साईं मालक कहता, कोई अल्लाह कहता है, कोई करण कारण कहता है, कोई करीम फारसी विच बख्शिश करन वाले का नाम है, कोई कृपा धार, कोई रहीम मेहरबान दया वाला कहता है, कोई तीर्थां की यात्रा करता है सनातनी मत का धारनी, कोई मुसलमान इस्लाम का धारनी हज करन वास्ते मक्के जाता है, कोई देवी देवतियां की पूजा करता है सिर झुकाउंदा है, कोई नमाज पढ़दा भी सिजदा करता है, कोई धार्मिक ग्रंथ वेदां का अध्ययन करदा वेदां नूं पढ़दा है, कोई किताबां का पाठ करता है तौरेत अंजील बाइबल जंबूर इन्हां नूं पढ़दा वाजदा है, कोई नीले कपड़े पाउंदा है कोई चिट्टे पाउंदा है। क्योंकि सनातनी मत के साधु जिहड़े ने अज भी मंदिरां विच जदों पूजा हुंदी है पंडितां ने चिट्टियां धोतियां बद्दियां हुंदियां हन। चिट्टे वस्त्र पहनने हिंदू मत का एक विधान है। मुसलमान नीले पहनते सन, नील वस्त्र धारे बनवारी। आसा जी दी वार विच भी मुसलमानां दे नीले कपड़ियां दा साहिबां जिक्र कीता है। कोई कहता मैं मुसलमान तुर्क हाँ, कोई कहता मैं हिंदू हाँ। आपो अपनी पूजा भावना के अनुसार कोई स्वर्ग की इच्छा करता है और इसे तरह ही कोई चाहता है कि मैं पिस्त विच जावां। हरेक व्यक्ति दे आपो अपने मन की तमन्ना आपो अपने मन की भावना है। तो साहिब गुरु अर्जन देव पातशाह कहन लगे असल विच उही सच्चा है, उही परमात्मा की प्राप्ति करता है। कहो नानक जिन हुक्म पछाता, प्रभ साहिब का तिन भेद जाता। जिन्हां ने वाहिगुरु का हुक्म रजा नूं समझ लिया, उहदे भाणे नूं मन लिया, उहदे भाणे ते कदी कोई दोष नहीं आरोपदे, कोई तर्क को तर्क नहीं करते। जो उहदा भाणा वो सत करके मन लैंदे ने। मालक दे भेद नूं राज नूं उही समझते हैं कि उहदी प्राप्ति किवें हो सकती है। ये सारा भेद वाहिगुरु परमेश्वर उन्होंने बख्शिश कर देंदा है, उन्होंने राज प्राप्त हो जाता है। उन्होंने विच ते परमात्मा विच किसी तरह का भेद दा अर्थ फर्क हुंदा है, दूरी नहीं रह जाती, फर्क सारा मिट जाता है। इस तरह उन्हों दी आत्मा मालक विच भेद हुंदी। ज्यों जल मह जल आए खटाना, खटाना हुंदा मिल जाता है। त्यों ज्योति संग जोत समाना। परमात्मा दे विच उन्हां दी आत्मा, उन्हां दी जोत चेतन सत्ता सਦੀव काल वास्ते अभेदता प्राप्त कर लैंदी, लीनता हासिल कर लैंदी है। अगे गुरु पातशाह ने जिवें होर व्याख्या करके समझाया। कविराज भाई साहब भाई संतोख सिंह जी महाराज सतगुरु पातशाह का पावन इतिहास जिवें सुना रहे ने। इस तों अगले प्रसंग विच गुरु पातशाह जी की जिवें शहीदी हुंदी है, वो तसीहां का दौर शुरू हो जाता है। दुष्ट चंदू जिवें अपने घर विच लिजा के सतगुरु पातशाह नूं तसीहे दिंदा है और
इस तरह जुल्म की इंतहा कर दी, बड़ा कहर उसने कमाया। वो अगले प्रसंग तो भाई साहब जी प्रारंभ करते हैं। इस 33वें अंशु दे विच इस तो अगला इतिहास भाई साहब जिवें सुना रहे ने, सरवण करिए जी। श्री परमेश्वर एक है, जगत दोए बताए। सतगुरु अर्जन दे पातशाह कहन लगे आए जहांगीर, जिहड़ा श्री श्रोमणी परमेश्वर है ना, परमेश्वर दा अर्थ हुंदा परम ईश्वर, जिहड़ा सारियां तो वड्डा है। वो तो एक है, इको ही है। एको है भाई, एको है साहिब मेरा, एको है, इको ही है। पर जिन्ना झगड़ा करना होंदा वो बहुते दसन लग पैंदे। झगड़त दोए बताए, दो कह करके मुसलमान अपने पक्ष नूं सिद्ध करते ते हिंदू अपने पक्ष नूं सिद्ध करते ने। इस तरह झगड़ते हैं ते झगड़ते होए रब नूं भी वंडियां विच लै आउंदे हैं। ओहदियां भी वंडियां पा के कहिंदे कि साडा राम है, कोई कहंदा साडा खुदा है। सो इस तरीके नाल आपस विच परस्पर विरोध करते हैं, झगड़ा ते कलेश करते हैं। शाह निश्चय करो, एको राम खुदाए। हे बादशाह सुन, और इस गल का निश्चय करो, यकीन करो, विश्वास करो कि जो राम ते खुदाए एको ही है। एको राम खुदाए। राम ते खुदा, राम दा अर्थ हुंदा रमिया होया, ते खुदाए दा, खुदा दा अर्थ हुंदा खुद आया होया। हुण जिन्ने जीव ने सारे विच उत्से दी आत्मा चेतन सत्ता है, उस तो बाहर कोई भी नहीं है। भावें कोई पापी है, भावें कोई पुन्नी है, भावें कोई धर्मी, भावें कोई अधर्मी है सारे विच उसे दी जोत है। इस वास्ते साहब कहते कि राम ते खुदाए एको ही है। इस गल का तुसीं निश्चय करो, यकीन करो। अर्थ कृपाल रहीम को एको जानियो जाए। ते जिहड़ा अर्थ दा अर्थ हुंदा भाव, किसी भी चीज़ का भाव समझना होवे उहदा अर्थ समझिया जांदा। दा मतलब की है? अर्थ का की है? अर्थ है मतलब, उहदा भाव, उहदा सिद्धांत। जिहड़ा किरपाल ते रहीम परमात्मा ना, दोवां दा अर्थ इक्को ही है। उसे दा नाम किरपाल है। संस्कृत च कहंदे ने कृपालू, कृपा करन वाला, और फारसी विच कहंदे ने रहीम, रहम करन वाला। हुण किरपाल ते रहीम दोवां पदां दा अर्थ इक्को है, पर बोली वख-वख है। एक शब्द संस्कृत भाषा दा है कृपाल, कृपा आले, आले दा अर्थ हुंदा घर, वो कृपा दा घर है। उहदे विचों दया फुट-फुट के निकलदी है। ਉਹਨੂੰ ਵਿਸ਼ੇਸ਼ ਕਰਕੇ ਕਿਰਪਾ ਤੇ ਦਇਆ ਕਰਨ ਦੀ ਲੋੜ ਨਹੀਂ। ਉਹ ਹੈ ਹੀ ਦਿਆਲੂ ਕਿਰਪਾਲੂ। ਉਹਦੇ ਕੋਲੋਂ ਦਇਆ ਕਿਰਪਾਲਤਾ ਸੁਤੇ ਹੀ ਪੈਦਾ ਹੁੰਦੀ ਹੈ। ਜਿਵੇਂ ਸੂਰਜ ਦੇ ਕੋਲੋਂ ਧੁੱਪ ਤੇ ਚਾਨਣ ਸੁਤੇ ਪੈਦਾ ਹੁੰਦਾ ਹੈ। ਉਹਨੂੰ ਵਿਸ਼ੇਸ਼ ਕਰਕੇ ਧੁੱਪ ਕਰਨ ਦੀ, ਚਾਨਣ ਕਰਨ ਦੀ ਲੋੜ ਨਹੀਂ। ਇਸੇ ਤਰ੍ਹਾਂ ਪ੍ਰਮਾਤਮਾ ਦੇ ਕੋਲੋਂ ਵੀ जो कृपा है, जो रहमत है, वो सुते सिद्ध ही प्रगट होंदी है। इस वास्ते वो कृपाल, कृपा आले, कृपा दा घर, कृपा करदा है। रहीम, रहमत करन वाला, मेहरबान है। एको जानियो जाए, वो इको ही जानिया जाता है। इन्हां दोवां शब्दां दा अर्थ इको ही है। कर परस पर झूठे दोए बनाए। ਤੇ ਜਿਹੜੇ ਪੱਖਵਾਦ ਕਰਦੇ ਨਾ, ਆਪਸ ਪਰਸਪਰ ਦਾ ਅਰਥ ਹੁੰਦਾ ਆਪਸ ਵਿੱਚ। ਇਹਨੂੰ ਕਹਿੰਦੇ ਨੇ ਮਜ਼ਹਬ ਹੀ ਖਿੱਚੋ ਧੂਈ, ਮਜ਼ਹਬਾਂ ਦੀ ਖਿੱਚ ਧੂ। ਕੋਈ ਆਪਣੇ ਮਜ਼ਹਬ ਨੂੰ ਉੱਚਾ ਕਹਿੰਦਾ ਹੈ, ਦੂਜਾ ਆਪਣੇ ਪੱਖ ਨੂੰ ਉੱਚਾ ਸਹੀ ਦੱਸਦਾ ਹੈ। ਇਹ ਜਿਹੜੀ ਮਜ਼ਹਬ ਹੀ ਖਿੱਚੋ ਖਿੱਚੀ ਹੈ, ਇਹਨੂੰ ਕਹਿੰਦੇ ਪੱਖਵਾਦ। ਝੂਠੇ ਦੋਏ ਬਣਾਏ, ਇਹ ਦੋਵੇਂ ਹੀ ਝੂਠੇ ਹਨ। ਭਾਵ ਕੋਈ ਆਪਣੇ ਪੱਖ ਨੂੰ ਸਿੱਧ ਕਰਦਾ ਮੇਰਾ ਰਾਮ ਵੱਖਰਾ, ਕੋਈ ਕਹਿੰਦਾ ਮੇਰਾ ਖੁਦਾ ਵੱਖਰਾ, ਉਹਦਾ ਰੂਪ ਰੰਗ ਕੋਈ ਹੋਰ ਹੈ, ਉਹ ਕਹਿੰਦਾ ਹੋਰ ਹੈ। ਸੋ ਇਹ ਦੋਵੇਂ ਹੀ ਝੂਠੇ ਆਪਣੇ ਦਾਅਵੇ ਕਰਕੇ ਆਪਸ ਵਿੱਚ ਝਗੜਦੇ ਹਨ। ਮਰੋ ਮਤ ਹੈ ਅਪਰਵਿੱਤ, ਮਿਲਿਓ ਦੋਨੋਂ ਸਾਥ।
ਤੇ ਜਿਹੜਾ ਸਾਡਾ ਮਤ ਹੈ ਨਾ, ਇਹ ਮਤ ਦਾ ਇੱਥੇ ਅਰਥ ਹੈ ਧਰਮ, ਮਜ਼ਹਬ, ਸਿਧਾਂਤ। ਜੋ ਸਾਡਾ ਮਤ ਹੈ, ਜਿਵੇਂ ਕਲਗੀਧਰ ਪਾਤਸ਼ਾਹ ਕਹਿੰਦੇ ਸੰਤ ਸਮੂਹ ਅਨੇਕ ਮਤੀ ਕੇ, ਅਨੇਕਾਂ ਮਤਾਂ ਦੇ ਸਾਧੂ ਨੇ। ਕੋਈ ਕਿਸੇ ਤਰ੍ਹਾਂ ਕਿਸੇ ਜੜਾਵਾਂ ਰੱਖੀਆਂ, ਕਿਸੇ ਨੇ ਟਿੰਡ ਕਢਾਈ ਹੈ, ਕਿਸੇ ਨੇ ਉਸ ਤਰ੍ਹਾਂ ਕੇਸ ਰੱਖੇ ਹਨ। ਅਨੇਕਾਂ ਮਤਾਂ ਦੇ ਸਾਧੂ ਨੇ। ਸਾਡਾ ਮਤ, ਸਾਡਾ ਧਰਮ ਜਿਹੜਾ ਉਹ ਹੋਰ ਤਰ੍ਹਾਂ ਦਾ ਵੱਖਰਾ ਹੈ। ਮਿਲਿਓ ਦੋਨੋਂ ਸਾਥ, ਦੋਵਾਂ ਹਿੰਦੂਆਂ ਨਾਲ ਤੇ ਮੁਸਲਮਾਨਾਂ ਦੇ ਨਾਲ ਮਿਲਿਆ ਹੋਇਆ ਵੀ ਹੈ। ਹਰ ਦੋਨੋਂ ਤੇ ਪ੍ਰਿਥਕ ਵੀ ਨਹੀਂ ਬਾਤ ਕੀ ਗਾਤ। ਅਤੇ ਦੋਨਾਂ ਤੋਂ ਪ੍ਰਿਥਕ ਹੁੰਦਾ ਵੱਖਰਾ। ਦੋਵਾਂ 'ਚ ਮਿਲਿਆ ਵੀ ਹੈ ਤੇ ਵੱਖਰਾ ਵੀ ਹੈ। ਮਿਲਿਆ ਕਿਵੇਂ ਹੈ ਤੇ ਵੱਖਰਾ ਕਿਵੇਂ ਹੈ, ਗੁਰੂ ਗ੍ਰੰਥ ਸਾਹਿਬ ਜੀ ਦੱਸਣਗੇ। ਇਹ ਤਾਂ ਗੁਰੂ ਪਾਤਸ਼ਾਹ ਇਸ ਗੱਲ ਦਾ ਖੋਲ੍ਹ ਕੇ ਨਿਰਣਾ ਕਰਦੇ ਨੇ। ਸਨਾਤਨ ਮਤ, ਹਿੰਦੂ ਮਤ ਇਸ ਗੱਲ ਨੂੰ ਮੰਨਦਾ ਹੈ ਕਿ ਪਰਮਾਤਮਾ ਹੈ, ਕੋਈ ਸ਼ੱਕ ਨਹੀਂ ਇਸ ਗੱਲ ਵਿੱਚ। ਪਰ ਉਹ ਕਿਸ ਤਰ੍ਹਾਂ ਦਾ ਹੈ? ਉਹ ਤ੍ਰੈ ਮੂਰਤੀ ਹੈ। ਪੈਦਾ ਕੌਣ ਕਰਦਾ ਹੈ? ਸ਼ਿਵ ਰੂਪ ਵਿੱਚ ਉਹ ਜੀਵਾਂ ਨੂੰ ਮਾਰ ਦਿੰਦਾ ਹੈ, ਬ੍ਰਹਮਾ ਰੂਪ ਵਿੱਚ ਪੈਦਾ ਕਰਦਾ ਤੇ ਵਿਸ਼ਨੂੰ ਰੂਪ ਵਿੱਚ ਪਾਲਣਾ ਕਰਦਾ ਹੈ। ਇਹਨੂੰ ਕਹਿੰਦੇ ਤ੍ਰੈ ਮੂਰਤੀ ਦੀ ਪੂਜਾ ਹਿੰਦੂ ਮਤ ਵਿੱਚ। ਉਹ ਤਿੰਨ ਮੰਨਦੇ ਨੇ ਤੇ ਗੁਰਮਤ ਮੰਨਦੀ ਤਾਂ ਹੈ ਕਿ ਰੱਬ ਪਰਮਾਤਮਾ, ਇਸ ਗੱਲ ਸ਼ੱਕ ਨਹੀਂ ਹੈ, ਪਰ ਉਹ ਤਿੰਨ ਨਹੀਂ, ਉਹ ਇੱਕੋ ਹੀ ਹੈ। ਮੁਸਲਮਾਨ ਵੀ ਕਹਿੰਦੇ ਪਰਮਾਤਮਾ ਹੈ ਤੇ ਗੁਰਮਤ ਵੀ ਕਹਿੰਦੀ ਕਿ ਪਰਮਾਤਮਾ ਹੈ। ਉਹ ਕਹਿੰਦੇ ਹਨ ਕਿ ਅੱਲਾ ਤੋਂ ਬਿਨਾਂ ਹੋਰ ਕਿਸੇ ਨੂੰ ਨਮਸਕਾਰ ਨਹੀਂ ਕਰਨੀ ਚਾਹੀਦੀ, ਕਿਸੇ ਕਬਰ ਮੜੀ ਮੱਟ ਨੂੰ ਨਹੀਂ ਪੂਜਣਾ ਚਾਹੀਦਾ। ਮੁਸਲਮਾਨਾਂ ਦਾ ਇਹ ਧਰਮ, ਇਹ ਉਹਨਾਂ ਦਾ ਅਸੂਲ ਹੈ। ਗੁਰਮਤ ਵੀ ਇਹ ਗੱਲ ਕਹਿੰਦੀ ਹੈ ਕਿ ਗੁਰ ਮੜੀ ਮੱਟ ਭੂਲ ਨਾ ਮਨ ਹੈ। ਇਸ ਵਾਸਤੇ ਸਾਹਿਬ ਕਹਿੰਦੇ ਦੋਨੋਂ ਤੇ ਪ੍ਰਿਥਕ ਵੀ, ਦੋਵਾਂ ਨਾਲੋਂ ਵੱਖਰਾ ਵੀ ਹੈ। ਨਹੀਂ ਬਾਤ ਕੀ ਗਾਥ, ਪਰ ਇਹਦੇ ਵਿੱਚ ਝਗੜੇ ਦੀ ਗਾਥ ਹੁੰਦੀ, ਗਾਥਾ, ਕਹਾਣੀ ਕੋਈ ਨਹੀਂ ਹੈ। ਅਸੀਂ ਪ੍ਰਮਾਤਮਾ ਨੂੰ ਮੰਨਦੇ ਹਾਂ ਕਿ ਹੈ, ਸਾਰਿਆਂ ਵਿੱਚ ਮਿਲਿਆ ਹੈ, ਪਰ ਮੰਨਦੇ ਹਾਂ ਕਿ ਉਹ ਇੱਕ ਹੈ। ਮੁਸਲਮਾਨਾਂ ਦੇ ਨਾਲੋਂ ਵੱਖਰਾ ਕੀ? ਮੁਸਲਮਾਨ ਇੱਕ ਦਿਸ਼ਾ 'ਚ ਮੰਨਦੇ ਨੇ। ਬਾਣੀ ਵਿੱਚ ਲਿਖਿਆ ਹੈ, ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅਲਹ ਮੁਕਾਮਾ। ਮੁਸਲਮਾਨ ਕਦੀ ਚੜ੍ਹਦੇ ਵਾਲੇ ਪਾਸੇ, ਦੱਖਣ ਵਾਲੇ ਪਾਸੇ, ਉੱਤਰ ਵਾਲੇ ਪਾਸੇ ਮੂੰਹ ਕਰਕੇ ਨਮਾਜ਼ ਪੜ੍ਹਦਾ ਕਦੀ ਨਹੀਂ ਕਿਸੇ ਵੇਖਿਆ ਹੋਵੇਗਾ। ਕਿਉਂ? ਕਿਉਂਕਿ ਉਹਨਾਂ ਦਾ ਮੱਕਾ ਕਾਬਾ ਲਹਿੰਦੇ ਵਾਲੇ ਪਾਸੇ ਹੈ ਤੇ ਉਹ ਖੁਦਾ ਨੂੰ ਲਹਿੰਦੇ ਵਾਲੇ ਪਾਸੇ ਮੰਨਦੇ ਨੇ। ਗੁਰਮਤ ਇਸ ਗੱਲ ਨੂੰ ਬਿਲਕੁਲ ਨਹੀਂ ਮੰਨਦੀ, ਇਸ ਕਰਕੇ ਗੁਰਮਤ ਇਸ ਗੱਲ ਤੋਂ ਵੱਖਰੀ ਹੈ। ਗੁਰਮਤ ਕਹਿੰਦੀ ਜਤਰ ਤਤਰ ਦਿਸਾ ਵਿਸਾ, ਹੋਏ ਫੈਲਿਓ ਅਨੁਰਾਗ। ਕਲਗੀਧਰ ਜੀ ਜਾਪ ਸਾਹਿਬ 'ਚ ਕਹਿੰਦੇ ਨੇ, ਜੈ ਜੈ ਪੇਖੋਂ ਤਹਿ ਹਜੂਰ, ਦੂਰ ਕਤੋਂ ਨਾ ਜਾਈ, ਰੱਬ ਰਹਾ ਸਰਬੱਤਰ ਮੈਂ ਮਨ ਸਦਾ ਧਿਆਈ। ਤੇ ਵੱਖਰੇ ਕਿਵੇਂ ਨੇ? ਗੁਰੂ ਪਾਤਸ਼ਾਹ ਦਾ ਵਚਨ ਹੈ, ਗੁਰੂ ਅਰਜਨ ਦੇਵ ਜੀ ਦਾ ਹੀ, ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ। ਆ ਪਿੰਡ ਤੇ ਪ੍ਰਾਨ, ਸਵਾਸ ਤੇ ਸਰੀਰ ਜਿਸ ਅੱਲਾ ਤੇ ਰਾਮ ਦੇ ਦਿੱਤੇ ਹੋਏ ਨਾ, ਅਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸੇਵਕ ਤਾਂ ਹਾਂ, ਪਰ ਨਾ ਅਸੀਂ ਹਿੰਦੂ ਹਾਂ ਤੇ ਨਾ ਹੀ ਅਸੀਂ ਮੁਸਲਮਾਨ ਹਾਂ। ਇਸ ਵਾਸਤੇ ਅਸੀਂ ਹਿੰਦੂਆਂ ਨਾਲੋਂ ਵੀ ਤੇ ਮੁਸਲਮਾਨਾਂ ਨਾਲੋਂ, ਦੋਨਾਂ ਨਾਲੋਂ ਪ੍ਰਿਥਕ ਵੀ, ਵੱਖਰੇ ਵੀ ਹਾਂ। ਨਹੀਂ ਬਾਤ ਕੀ ਗਾਥ, ਸਾਡੀ ਕਿਸੇ ਨਾਲ ਕੋਈ ਗਾਥ, ਜੋ ਕਹਾਣੀ ਵਿਚਾਰ ਹੈ ਰੱਬ ਦੇ ਸੰਬੰਧ 'ਚੋਂ ਮਿਲਦੀ ਨਹੀਂ ਹੈ, ਭਾਵ ਕਿ ਨਿਰਲੇਪ ਹੈ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਨੇ ਤਾਈਂ ਆਖਿਆ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਨਿਰਮਲ ਪੰਥ ਹੈ, ਸੋ ਇਸ ਵਾਸਤੇ ਵੱਖਰਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਸਾਡਾ ਮਜ਼ਹਬ ਦੋਨਾਂ ਨਾਲ ਮਿਲਿਆ ਹੋਇਆ ਵੀ ਹੈ ਕਿ ਪਰਮਾਤਮਾ ਹੈ, ਇਸ ਕਰਕੇ ਮਿਲਿਆ ਹੈ। ਪਰ ਇਸ ਕਰਕੇ ਵੱਖਰਾ ਹੈ ਕਿ ਉਹ ਜ਼ਰੇ ਜ਼ਰੇ ਵਿੱਚ ਹੈ, ਉਹ ਸਰਬ ਵਿਆਪਕ ਹੈ। ਇਸ ਵਾਸਤੇ ਅਸੀਂ ਕਿਸੇ ਨਾਲ ਝਗੜਾ ਨਹੀਂ ਕਰਦੇ ਕਿ ਆ ਮੁਸਲਮਾਨ ਹੈ ਤੇ ਆ ਹਿੰਦੂ ਹੈ, ਤੇ ਜਿਹੜਾ ਹਿੰਦੂ ਉਹ ਕਾਫਰ ਹੁੰਦਾ ਹੈ। ਕਿਉਂਕਿ ਉਹ ਸਾਨੂੰ, ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਈਸਾਈ ਹੈ ਤੇ ਭਾਵੇਂ ਕੋਈ ਹਿੰਦੂ ਹੈ, ਮੁਸਲਮਾਨ ਵਾਸਤੇ ਅਸੀਂ ਕਾਫਰ ਹਾਂ। ਤੇ ਕਾਫਰ ਕਿਉਂ ਹਾਂ? ਕਿਉਂਕਿ ਅਸੀਂ ਹਜ਼ਰਤ ਮੁਹੰਮਦ ਸਾਹਿਬ 'ਤੇ ਈਮਾਨ ਨਹੀਂ ਰੱਖਦੇ। ਸਾਡਾ ਭਰੋਸਾ ਮੁਹੰਮਦ ਸਾਹਿਬ 'ਤੇ ਨਹੀਂ, ਕਲਗੀਧਰ ਜੀ 'ਤੇ ਹੈ।
ਇਸ ਵਾਸਤੇ ਅਸੀਂ ਮੁਸਲਮਾਨਾਂ ਦੀ ਨਿਗਾਹ ਵਿੱਚ ਉਹਨਾਂ ਦੇ ਧਰਮ ਅਨੁਸਾਰ ਅਸੀਂ ਕਾਫਰ ਖਵਾਉਂਦੇ ਹਾਂ, ਅਤੇ ਕਾਫਰ ਵਾਸਤੇ ਫਿਰ ਉਹਨਾਂ ਨੇ ਸਜ਼ਾ ਨਿਯਤ ਕੀਤੀ ਹੈ ਕਿ ਉਹਨੂੰ ਪੱਥਰ ਮਾਰੋ, ਉਹਨੂੰ ਜਿਉਣ ਦਾ ਕੋਈ ਹੱਕ ਨਹੀਂ। ਹਾਂ, ਗੁਰਬਾਣੀ 'ਚ ਸਾਕਤ ਪੁਰਸ਼ ਦਾ ਥਾਵਾਂ ਥਾਵਾਂ 'ਤੇ ਜ਼ਿਕਰ ਕੀਤਾ ਕਿ ਉਹਨਾਂ ਮੇਲ ਜੁਲ ਨਾ ਰੱਖੋ। ਇਹ ਨਹੀਂ ਰੱਖਿਆ ਕਿ ਕਿਹਾ ਕਿ ਕਿਸੇ ਇਨਸਾਨ ਦਾ ਗਲ ਕੱਟ ਦਿਓ, ਗਲਾ ਵੱਢ ਦਿਓ, ਕਿਸੇ ਨੂੰ ਮਾਰ ਕੁਟਾਈ ਕਰੋ। ਹਾਂ, ਪਾਸਾ ਕਰ ਜਾਓ, ਜਿਹੜਾ ਰੱਬ ਦੀ ਹੋਣ ਤੋਂ ਮੁਨਕਰ ਹੈ ਉਹਦੇ ਨਾਲੋਂ ਪਾਸਾ ਕਰ ਜਾਓ। ਪਰ ਮੁਸਲਮਾਨ ਕਹਿੰਦਾ ਕਿ ਰੱਬ ਨੂੰ ਭਾਵੇਂ ਬੇਸ਼ੱਕ ਕੋਈ ਮੰਨਦਾ ਹੋਵੇ, ਜੇਕਰ ਹਜ਼ਰਤ ਮੁਹੰਮਦ ਸਾਹਿਬ ਨੂੰ ਵਿੱਚ ਨਹੀਂ ਨਾ ਰੱਖਦਾ ਉਹ ਕਾਫਰ ਹੈ। ਸੋ ਇਸ ਵਾਸਤੇ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ ਕਿ ਸਾਡਾ ਮਤ ਦੋਵਾਂ ਵਿੱਚ ਮਿਲਿਆ ਵੀ ਹੈ ਅਤੇ ਵੱਖਰਾ ਵੀ ਹੈ। ਇਸ ਵਾਸਤੇ ਸਾਡਾ ਕਿਸੇ ਨਾਲ ਕੋਈ ਝਗੜਾ, ਕੋਈ ਪੱਖਵਾਦ ਨਹੀਂ ਹੈ। ਹੁਕਮ ਜਾਨ ਸਾਹਿਬ ਪ੍ਰਭੂ, ਦੁੱਖ ਸੁੱਖ ਜਿਮ ਬਨ ਆਏ। ਅਸੀਂ ਤਾਂ ਅਕਾਲ ਪੁਰਖ ਦਾ ਹੁਕਮ ਜਾਣਦੇ ਹਾਂ ਕਿ ਵਾਹਿਗੁਰੂ ਦੀ ਰਜ਼ਾ ਕੀ ਹੈ, ਪਰਮੇਸ਼ਰ ਦਾ ਹੁਕਮ ਰਜ਼ਾ ਕੀ ਹੈ, ਭਾਣਾ ਕੀ। ਅਸੀਂ ਤਾਂ ਬਸ ਹੁਕਮ ਨੂੰ ਜਾਣ ਲਿਆ, ਮੰਨ ਲਿਆ ਹੈ। ਜੋ ਦੁੱਖ ਮਿਲਿਆ ਜਾਂ ਸੁੱਖ ਮਿਲਿਆ ਉਹਦਾ ਹੁਕਮ ਹੈ। ਦੁੱਖ ਸੁੱਖ ਤੇਰੇ ਭਾਣੇ ਹੋਵੇ, ਦੁੱਖ ਵੀ ਅਤੇ ਸੁੱਖ ਵੀ ਉਹਦੇ ਭਾਣੇ ਵਿੱਚ ਹੈ। ਜੰਮਣ ਵੀ ਅਤੇ ਮਰਨ ਵੀ ਭਾਣੇ ਵਿੱਚ ਹੈ। ਜਾ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਜਨਮ ਵੀ ਭਾਣਾ ਅਤੇ ਮੌਤ ਵੀ ਭਾਣਾ ਹੈ। ਇਸ ਵਾਸਤੇ ਜੋ ਪਰਮੇਸ਼ਰ ਵੱਲੋਂ ਬਣ ਆਉਂਦਾ ਨਾ, ਉਹਦੇ ਵਿੱਚ ਅਸੀਂ ਪ੍ਰਸੰਨ ਰਹਿੰਦੇ ਹਾਂ। ਹਰਕਤ ਰਹਿ ਸਦੀ ਵਹੀਏ, ਦੋਸ਼ ਨਹੀਂ ਅਰ ਪਾਏ। ਅਸੀਂ ਹੀਏ ਹਿਰਦੇ ਵਿੱਚ ਸਦਾ ਹੀ ਹਰਕਤ ਖੁਸ਼ ਪ੍ਰਸੰਨ ਰਹਿੰਦੇ ਹਾਂ, ਕਿਉਂਕਿ ਜਿਹਦੇ ਮਨ 'ਚ ਈਰਖਾ ਹੋਵੇ, ਵੈਰ ਵਿਰੋਧ ਹੋਵੇ, ਉਹ ਬੰਦਾ ਕਦੋਂ ਖੁਸ਼ ਹੁੰਦਾ, ਕਦੋਂ ਪ੍ਰਸੰਨ ਹੁੰਦਾ। ਆਪਣੇ ਔਗਣ ਹੀ ਬੰਦੇ ਨੂੰ ਤਪਾਉਂਦੇ ਰਹਿੰਦੇ ਨੇ, ਦੁਖੀ ਕਰਦੇ ਨੇ। ਅਤੇ ਸਾਡਾ ਕਿਸੇ ਨਾਲ ਵੈਰ ਵਿਰੋਧ ਨਹੀਂ, ਇਸ ਕਰਕੇ ਅਸੀਂ ਹਿਰਦੇ 'ਚ ਸਦਾ ਸਦੀਵੀ ਖੁਸ਼ ਰਹਿ ਕੇ ਦੋਸ਼ ਨਹੀਂ ਅਰਪਾਏ। ਕਿਸੇ ਦੂਜੇ ਦੇ ਸਿਰ 'ਤੇ ਦੋਸ਼ ਨਹੀਂ ਅਰਪਦੇ। ਢਿੱਡ ਪੀੜ ਸਾਡੀ ਹੋ ਰਹੀ ਹੈ, ਅਸੀਂ ਕੋਈ ਗਲਤ ਖਾ ਲਿਆ ਅਤੇ ਕਹੀਏ ਜੀ ਗੁਆਂਢੀ ਦੇ ਕਾਰਨ ਹੋ ਰਹੀ ਹੈ। ਅੱਖਾਂ ਤੋਂ ਸਾਨੂੰ ਘੱਟ ਦਿਸ ਰਿਹਾ ਹੈ, ਕੁਦਰਤਨ ਕੋਈ ਹੋਰ ਕਾਰਨ ਹੋ ਸਕਦਾ। ਅਤੇ ਕਿਸੇ ਨੂੰ ਪੁੱਛਿਆ, ਜੰਤਰ ਮੰਤਰ ਕਰਨ ਵਾਲੇ ਕਹਿੰਦੇ ਗੁਆਂਢੀ ਨੇ ਕੁਛ ਕਰ ਦਿੱਤਾ। ਅਸੀਂ ਇਹੋ ਜਿਹੀ ਵਿਚਾਰਧਾਰਾ ਦੇ ਹਾਮੀ ਨਹੀਂ ਹਾਂ, ਵਿਸ਼ਵਾਸੀ ਨਹੀਂ ਹਾਂ ਕਿ ਦੂਜੇ ਉੱਪਰ ਦੋਸ਼ ਰੋਪ ਦੋ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਤਾਈਏ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ ਕੱਤਕ ਕਰਮ ਕਮਾਵਨੇ, ਦੋਸ਼ ਨਾ ਕਾਹੂ ਜੋਗ। ਕਿਸੇ ਸਿਰ ਦੇ ਉੱਪਰ ਵੀ ਦੋਸ਼ ਰੋਪਣਾ ਯੋਗ ਠੀਕ ਨਹੀਂ ਹੈ। ਇਸ ਵਾਸਤੇ ਸਾਹਿਬ ਕਹਿੰਦੇ ਦੋਸ਼ ਨਹੀਂ ਅਰਪਾਏ। ਅਸੀਂ ਕਿਸੇ ਦੇ ਸਿਰ ਉੱਪਰ ਦੋਸ਼ ਨਹੀਂ ਆਰੋਪਣਾ ਕਰਦੇ। ਜੋ ਪਰਮਾਤਮਾ ਕਰਦਾ ਹੈ ਉਹਨੂੰ ਸਤ ਮੰਨ ਕੇ ਸਦਾ ਖੁਸ਼ ਪ੍ਰਸੰਨ ਰਹਿੰਦੇ ਹਾਂ। ਸਤਿਨਾਮ ਕੋ ਸਿਮਰਨੋ, ਤਿਆਗਨ ਤਨ ਅਭਿਆਸ। ਸਾਡੇ ਧਰਮ ਦਾ ਨਿਯਮ ਕੀ ਹੈ ਉਹ ਸੁਣ ਲਓ। ਹਰੇਕ ਮਨੁੱਖ ਨੂੰ ਇਹੀ ਕਰਨਾ ਚਾਹੀਦਾ ਹੈ ਕਿ ਸਤਨਾਮ ਅਕਾਲ ਪੁਰਖ। ਸਤਨਾਮ ਦਾ ਅਰਥ ਹੁੰਦਾ ਸੱਚਾ ਨਾਮ, ਜਿਹੜਾ ਹੋਂਦ ਵਾਲਾ, ਜਿਹਦੀ ਹੋਂਦ ਕਦੇ ਨਹੀਂ ਮਿਟਦੀ। ਉਹਨੂੰ ਭਾਵੇਂ ਕੋਈ ਰਾਮ ਕਹੇ, ਰਹੀਮ ਕਹੇ, ਕਰੀਮ ਕਹੇ, ਅੱਲਾ ਕਹੇ, ਖੁਦਾ ਕਹੇ, ਉਹ ਸਤਨਾਮ ਹੈ। ਉਹਦਾ ਨਾਮ ਸਿਮਰਨ ਕਰਨਾ। ਤਿਆਗਨ ਤਨ ਅਭਿਆਸ, ਨਾਮ ਸਿਮਰਨ ਦਾ ਅਭਿਆਸ ਕਰਦਿਆਂ ਕਰਦਿਆਂ ਦੇਹ ਅਧਿਆਸ ਛੱਡਣਾ। ਤਨ ਅਭਿਆਸ, ਸਰੀਰ ਦਾ, ਦੇਹ ਦਾ ਅਧਿਆਸ ਹੁੰਦਾ ਸਰੀਰ ਦਾ ਮੋਹ। ਇਹ ਪੰਜਾਂ ਕਲੇਸ਼ਾਂ ਵਿੱਚ ਇੱਕ ਕਲੇਸ਼ ਹੈ ਜਿਹੜਾ ਸਰੀਰ ਦਾ ਮੋਹ ਕਰਨਾ ਹੈ। ਸੋ ਪੁਣਾ ਪੁਣਾ ਨਾਮ ਸਿਮਰਨ ਦਾ ਅਭਿਆਸ ਕਰਦਿਆਂ ਹੋਇਆਂ ਆਪਣੇ ਸਰੀਰ ਦੇ ਮੋਹ ਤੋਂ ਉੱਪਰ ਉੱਠ ਜਾਣਾ। ਇਸ ਤਰੀਕੇ ਨਾਲ ਮਾਲਕ ਦੀ ਇਬਾਦਤ ਕਰਨੀ ਹੈ। ਨੋ ਤੇ ਪ੍ਰਭ ਕੋ ਮਿਲੇ, ਹੋਏ ਬ੍ਰਹਮ ਗਿਆਨ ਪ੍ਰਕਾਸ਼। ਆਹ ਤਿੰਨ ਚੀਜ਼ਾਂ ਧਾਰਨ ਕਰਨ ਦੇ ਨਾਲ ਨਾ ਮਨੁੱਖ ਪ੍ਰਭ ਕੋ ਮਿਲੇ, ਰੱਬ ਨੂੰ ਮਿਲ ਜਾਂਦਾ, ਪਰਮੇਸ਼ਰ ਨੂੰ ਮਿਲ ਜਾਂਦਾ। ਕਿਹੜੀਆਂ ਤਿੰਨ ਚੀਜ਼ਾਂ ਨੇ? ਪਹਿਲੀ ਚੀਜ਼ ਹੈ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨਾ। ਦੂਸਰਾ ਹੈ ਤਿਆਗਨ ਤਨ ਅਭਿਆਸ। ਤਿਆਗਨ ਤਨ, ਸਰੀਰ ਦਾ ਜਿਹੜਾ ਦੇਹ ਅਧਿਆਸ ਮੋਹ ਹੈ ਉਹ ਛੱਡ ਦੇਣਾ। ਅਤੇ ਇਸੇ ਤਰ੍ਹਾਂ ਤੀਸਰਾ ਹੈ ਜਿਹੜਾ ਕਿਸੇ ਦੇ ਉੱਪਰ ਦੋਸ਼ ਨਹੀਂ ਆਰੋਪਣਾ, ਪਰਮਾਤਮਾ ਦੇ ਕੀਤੇ ਨੂੰ ਸੱਤ ਕਰਕੇ ਮੰਨਣਾ, ਭਾਵ ਭਾਣੇ 'ਚ ਰਹਿਣਾ। ਆਹ ਤਿੰਨ ਗੁਣ ਜਿਹੜਾ ਮਨੁੱਖ ਧਾਰਨ ਕਰ ਲਵੇ ਨਾ,
ਪ੍ਰਭ ਕੋ ਮਿਲੇ, ਉਹ ਪ੍ਰਭੂ ਨੂੰ ਮਿਲ ਜਾਂਦਾ, ਹੋਏ ਬ੍ਰਹਮ ਗਿਆਨ ਪ੍ਰਕਾਸ਼, ਉਹਦੇ ਹਿਰਦੇ 'ਚ ਬ੍ਰਹਮ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਚਾਨਣ ਹੋ ਜਾਂਦਾ ਹੈ। ਹਿੰਦੂ ਹੋਏ ਕੈ ਤੁਰਕ ਹੋਏ, ਤੀਨੋਂ ਜਿਨੋਂ ਕਮਾਏ। ਕੋਈ ਹਿੰਦੂ ਹੋਵੇ ਜਾਂ ਕੋਈ ਤੁਰਕ ਮੁਸਲਮਾਨ ਹੋਵੇ, ਆਹ ਤਿੰਨ ਸ਼ੁਭ ਗੁਣ ਜਿਹਨੇ ਕਮਾ ਲਏ, ਵਾਹਿਗੁਰੂ ਦਾ ਸਿਮਰਨ ਕਰਨਾ, ਸਰੀਰ ਦੇ ਦੇਹ ਅਧਿਆਸ ਤੋਂ ਉੱਪਰ ਉੱਠ ਜਾਣਾ, ਅਭਿਆਸ ਕਰਦਿਆਂ ਕਰਦਿਆਂ ਸਰੀਰ ਦੀ ਪਕੜ ਤੋਂ ਪਾਸੇ ਹੋਣਾ, ਤੇ ਵਾਹਿਗੁਰੂ ਦੇ ਕੀਤੇ ਨੂੰ ਸਤ ਕਰਕੇ ਮੰਨਣਾ, ਕਿਸੇ ਤੇ ਦੋਸ਼ ਨਾ ਆਰੋਪਣਾ। ਆਹ ਤਿੰਨ ਸ਼ੁਭ ਕਰਮ ਜਿਹਨੇ ਕਮਾ ਲਏ, ਉਹ ਭਾਵੇਂ ਕੋਈ ਮੁਸਲਮਾਨ ਹੋਵੇ ਤੇ ਭਾਵੇਂ ਕੋਈ ਹਿੰਦੂ ਹੋਵੇ। ਪਾਰ ਪਰੇ ਭਵ ਸਿੰਧ ਤੇ, ਜਨਮ ਕਲੀਸ਼ ਮਿਟਾਏ। ਉਹ ਨਾ ਪਾਰ ਪਰੇ ਦਾ ਅਰਥ ਹੈ ਪੈ ਜਾਵੇਗਾ। ਕਿੱਥੋਂ ਪਾਰ ਪਵੇਗਾ? ਭਵ ਸਿੰਧ, ਭਵ ਦਾ ਅਰਥ ਹੈ ਜਨਮ, ਸਿੰਧ ਕਹਿੰਦੇ ਸਮੁੰਦਰ ਨੂੰ। ਆ ਜਿਹੜਾ ਸੰਸਾਰ ਸਮੁੰਦਰ ਹੈ ਨਾ, ਜਿਹਦੇ 'ਚ ਵਾਰ-ਵਾਰ ਜਨਮ ਹੁੰਦਾ ਤੇ ਵਾਰ-ਵਾਰ ਮਨੁੱਖ ਡੁੱਬਦਾ, ਹਮ ਦੇਖਾ ਤਹਿ ਡੂਬੀ ਅਲੇ। ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਮੇਰੇ ਵੇਖਦਿਆਂ ਪਤਾ ਨਹੀਂ ਕਿੰਨੇ ਡੁੱਬ ਗਏ ਇਸ ਭਵ ਸਿੰਧ ਸੰਸਾਰ ਸਾਗਰ ਵਿੱਚੋਂ, ਤੇ ਜਨਮ ਕਲੇਸ਼ ਮਿਟਾਏ। ਜੰਮਣ ਮਰਨ ਦਾ ਜਿਹੜਾ ਵੱਡਾ ਕਲੇਸ਼ ਹੈ ਨਾ, ਉਹ ਸਾਰਾ ਮਿਟਾ ਲੈਂਦਾ ਹੈ, ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ। ਉਹ ਭਾਵੇਂ ਮੁਸਲਮਾਨ ਹੋਵੇ ਤੇ ਭਾਵੇਂ ਹਿੰਦੂ ਹੋਵੇ, ਇਹ ਗੱਲ ਮਹਿਨਾ ਨਹੀਂ ਰੱਖਦੀ, ਸਗੋਂ ਮਹਿਨਾ ਇਹ ਗੱਲ ਰੱਖਦੀ ਹੈ ਕਿ ਇਹਦਾ ਹਿਰਦਾ ਕਿੰਨਾ ਪਵਿੱਤਰ ਹੈ, ਇਹਦੇ ਕੋਲ ਸਿਮਰਨ ਬੰਦਗੀ ਕਿੰਨੀ ਹੈ, ਇਹ ਸਰੀਰ ਦੀ ਪਕੜ ਤੋਂ ਕਿੰਨਾ ਉੱਪਰ ਉੱਠ ਚੁੱਕਾ ਹੈ। ਕਿ ਕੋਈ ਸਰੀਰ 'ਚ ਜਾਂ ਕੋਈ ਕਾਰੋਬਾਰ 'ਚ ਘਾਟ ਵੱਧ ਹੋਣ 'ਤੇ ਕਿਤੇ ਗੁਆਂਢੀ ਨਾਲ ਤਾਂ ਨਹੀਂ ਲੜਦਾ ਜਾ ਕੇ ਕਿ ਤੂੰ ਮੇਰਾ ਨੁਕਸਾਨ ਕਰਤਾ ਹੈ। ਜਦੋਂ ਕੋਈ ਇਹਨਾਂ ਚੀਜ਼ਾਂ ਤੋਂ ਉੱਪਰ ਹੋ ਜਾਂਦਾ ਹੈ, ਉਹ ਸੰਸਾਰ ਸਾਗਰ ਤੋਂ ਤਰਦਾ ਹੈ ਤੇ ਜੰਮਣ ਮਰਨ ਦੇ ਵੱਡੇ ਕਲੇਸ਼ਾਂ ਨੂੰ ਮਿਟਾ ਲੈਂਦਾ ਹੈ। ਤਿੰਨੋਂ ਕੋ ਵਿਸਤਾਰ ਕਰ, ਕਹਿ ਜੇ ਅਰਥ ਵਿਸ਼ਾਲ। ਬਾਦਸ਼ਾਹ ਜੇਕਰ ਇਹਨਾਂ ਤਿੰਨਾਂ ਦਾ ਵਿਸਥਾਰ ਕਰਕੇ ਤੈਨੂੰ ਕਹੀਏ ਨਾ, ਕहें ਜੇ ਅਰਥ ਵਿਸਾਲ, ਇਹਨਾਂ ਦੇ ਬੜੇ ਲੰਮੇ ਵੱਡੇ ਅਰਥ ਬਣ ਜਾਣਗੇ, ਗ੍ਰੰਥਾਂ ਦੇ ਗ੍ਰੰਥ ਲਿਖੇ ਜਾ ਸਕਦੇ ਨੇ। ਇਸ ਵਾਸਤੇ ਜੇਕਰ ਆ ਜਿਹੜੇ ਤਿੰਨ ਕੰਮ ਦੱਸੇ ਨੇ, ਵਾਹਿਗੁਰੂ ਦਾ ਸਿਮਰਨ ਕਰਨਾ, ਬੰਦਗੀ ਕਰਨੀ, ਸਰੀਰ ਦਾ ਦੇਹ ਅਧਿਆਸ ਮੋਹ ਛੱਡ ਦੇਣਾ, ਵਾਹਿਗੁਰੂ ਦੀ ਰਜ਼ਾ ਨੂੰ ਸਿਰ ਮੱਥੇ ਮੰਨਣਾ, ਇਹਨਾਂ ਤਿੰਨਾਂ ਦਾ ਜੇਕਰ ਵਿਸਥਾਰ ਕਰਕੇ ਕਹੀਏ ਨਾ, ਤਾਂ ਇਹਨਾਂ ਦੇ ਅਰਥ ਬੜੇ ਵਿਸ਼ਾਲ, ਬੜੇ ਡੂੰਘੇ, ਬਹੁਤ ਜ਼ਿਆਦਾ ਬਣ ਜਾਂਦੇ ਹਨ। ਅਧਿਕ ਹੋਈ ਕਹਿ ਤੱਕ ਸੁਣੋ, ਛੂਟੇ ਬੰਧਨ ਜਾਲ। ਇਹਦੇ ਅਰਥ ਬੜੇ ਵੱਡੇ ਹੋ ਜਾਣਗੇ, ਇਹਦਾ ਭਾਵ ਬਹੁਤ ਖੁੱਲ੍ਹਾ ਹੋ ਜਾਏਗਾ। ਇਸ ਵਾਸਤੇ ਤੁਸੀਂ ਕਿੱਥੋਂ ਤੱਕ ਸੁਣੋਗੇ? ਇਹਦੋਂ ਚੰਗਾ ਹੈ ਕਿ ਲੰਮੇ ਚੌੜੇ ਵਿਸ਼ੇ ਤੋਂ ਬਚ ਕਰਕੇ ਸੰਖੇਪ ਜਿਹੇ ਵਿੱਚ ਹੀ ਸਮਝ ਲਿਆ ਜਾਏ। ਛੋਟੀ ਗੱਲ ਤੋਂ ਹੀ, ਥੋੜ੍ਹੀ ਗੱਲ ਤੋਂ ਹੀ ਬਹੁਤਾ ਭਾਵ ਸਮਝ ਲਿਆ ਜਾਏ, ਤਾਂ ਫਿਰ ਛੋਟੇ ਬੰਧਨ ਜਾਲ, ਜਿਹੜੇ ਬੰਧਨ ਹੈ ਨਾ, ਜਾਲ ਜਿਵੇਂ ਜਾਲ ਪਾਉਂਦੇ ਨੇ ਪੰਛੀਆਂ ਨੂੰ ਸ਼ਿਕਾਰੀ ਲੋਕ, ਆ ਜਿਹੜੇ ਕਾਮ ਕਰੋ ਲੋਭ ਮੋਹ ਹੰਕਾਰ ਦੇ ਬੰਧਨ ਹਨ, ਇਹ ਸਾਰੇ ਛੁੱਟ ਜਾਂਦੇ ਹਨ। ਮਤ ਬੰਤ ਥੋਰੀ ਕਹੇ, ਸਮਝੇ ਬਾਤ ਵਿਸ਼ਾਲ। ਜਿਹੜੇ ਸਮਤਵੰਤ ਸਿਆਣੇ ਹੁੰਦੇ, ਦਾਨੇ ਹੁੰਦੇ, ਸਮਝਦਾਰ ਬੰਦੇ ਹੁੰਦੇ ਨਾ, ਥੋੜੇ ਕਹੇ, ਥੋੜਾ ਕਹਿਣ ਤੇ ਸਮਝੇ ਬਾਤ ਵਿਸ਼ਾਲ, ਵੱਡੀ ਗੱਲ ਸਮਝ ਲੈਂਦੇ। ਗੱਲ ਥੋੜੀ ਕਹੀ ਪਰ ਸਮਝ ਜ਼ਿਆਦਾ ਲਈ। ਤਾਂ ਇਹ ਪੰਜਾਬੀ ਦੀ ਕਹਾਵਤ ਹੈ ਕਿ ਘੋੜੇ ਨੂੰ ਸੈਨਤ ਤੇ ਗਧੇ ਨੂੰ ਸੋਟਾ। ਇਹਦਾ ਭਾਵ ਇਹ ਨਹੀਂ ਕਿ ਗਧੇ ਨੂੰ ਸੋਟਿਆਂ ਨਾਲ ਕੋਈ ਕੁੱਟੇ ਤੇ ਘੋੜੇ ਨੂੰ ਸੈਨਤ ਨਾਲ ਹੀ ਸਮਝਾਵੇ। ਦਲੱਤਾ ਭਾਵੇਂ ਘੋੜੇ ਦਾ ਹੋਵੇ ਤੇ ਭਾਵੇਂ ਖੋਤੇ ਦਾ, ਬੰਦੇ ਦਾ ਕੋਈ ਨਾ ਕੋਈ ਹੱਡ ਜ਼ਰੂਰ ਤੋੜ ਦਿੰਦਾ ਹੈ। ਇੱਕ ਭਾਵ ਸਮਝਿਆ ਜਾਂਦਾ ਹੈ ਕਿ ਘੋੜਾ ਸਿਆਣਾ ਹੈ ਗਧੇ ਨਾਲੋਂ, ਭਾਵ ਕਿ ਜਿਹੜਾ ਸਿਆਣਾ ਬੰਦਾ ਹੁੰਦਾ ਥੋੜ੍ਹੀ ਗੱਲ ਵਿੱਚ ਬਹੁਤਾ ਭਾਵ ਸਮਝ ਲੈਂਦਾ, ਤੇ ਜਿਹੜਾ ਮੂਰਖ ਬੰਦਾ ਹੋਵੇ ਉਹਨੂੰ ਲੰਮੀ ਚੌੜੀ ਵਿਆਖਿਆ ਕਰਕੇ ਵੀ ਸਮਝਾਇਆ ਨਹੀਂ ਸਮਝਦਾ। ਗੁਰੂ ਨਾਨਕ ਦੇ ਪਾਤਸ਼ਾਹ ਦਾ ਬਚਨ ਹੈ, ਮਨਮੁਖ ਲੋਕ ਸਮਝਾਈਆ ਹੈ, ਕਦੋਂ ਸਮਝਾਇਆ ਜਾਏ, ਕਦੀ ਨਹੀਂ ਸਮਝਾਇਆ ਜਾ ਸਕਦਾ। ਲੱਖ ਵਿਆਖਿਆ ਉਹਦੇ ਅੱਗੇ ਕੋਈ ਕਰੇ। ਪੱਥਰ ਚਿੱਤ ਨਾ ਭੀਜਈ, ਜਿਹਦਾ ਚਿੱਤ ਹੀ ਪੱਥਰ ਵਰਗਾ, ਤੇ ਪੱਥਰ ਨੂੰ ਭਾਵੇਂ ਕੋਈ ਜੁਗਾਂ ਤੱਕ ਪਾਣੀ 'ਚ ਰੱਖੇ, ਪੱਥਰ ਦੇ ਅੰਦਰ ਪਾਣੀ ਜਾਂਦਾ ਹੀ ਨਹੀਂ, ਜਦੋਂ ਕੱਢੀਏ ਫੇਰ ਸੁੱਕੇ ਦਾ ਸੁੱਕਾ।
इस वास्ते साहब कहन लगे ਜਿਹੜਾ ਸਿਆਣਾ ਬੰਦਾ ਹੁੰਦਾ ਨਾ ਸਿਆਣੀ ਮੱਤ ਵਾਲਾ ਉਹ ਥੋੜ੍ਹੀ ਗੱਲ ਕਹਿਣ 'ਤੇ ਹੀ ਬਾਤ ਵਿਸਾਲ ਵੱਡੀ ਵਿਚਾਰ ਵੱਡੀ ਗੱਲ ਜਿਹੜੀ ਹੈ ਜਾਣ ਲੈਂਦਾ ਸਮਝ ਲੈਂਦਾ ਹੈ। ਕੋ ਲੱਗੀ ਖੁਦਾਈ ਲਿਵ ਸੇਈ ਅਕਲ ਕਮਾਲ। ਤੇ ਜਿਹਨੂੰ ਖੁਦਾ ਦੀ ਲਿਵ ਲੱਗ ਗਈ ਨਾ ਸਿਮਰਨ ਵਿੱਚ ਜਿਹਦੀ ਲਗਨ ਲੱਗ ਗਈ ਬਿਰਤੀ ਜੁੜਨ ਲੱਗ ਪਈ ਗੁਰੂ ਪਾਤਸ਼ਾਹ ਕਹਿੰਦੇ ਸੇਈ ਅਕਲ ਕਮਾਲ। ਕਮਾਲ ਅਰਬੀ ਫਾਰਸੀ ਦਾ ਸ਼ਬਦ ਹੈ। ਮੁਸਲਮਾਨਾਂ ਦੇ ਵਿੱਚ ਕੋਈ ਚੰਗਾ ਸਿਆਣਾ ਹੋਵੇ ਪੂਰਨ ਪੁਰਖ ਹੋਵੇ ਉਹਦੇ ਵਾਸਤੇ ਕਾਮਲ ਸ਼ਬਦ ਵਰਤਦੇ ਕਿ ਕਾਮਲ ਹੈ ਇਹ ਆਰਫ ਹੈ। ਜਿਵੇਂ ਅਸੀਂ ਕਹਿੰਦੇ ਹਾਂ ਮਹਾਂਪੁਰਖ ਹੈ ਬ੍ਰਹਮ ਗਿਆਨੀ ਹੈ ਮੁਸਲਮਾਨ ਕਹਿੰਦੇ ਆਰਫ ਹੈ ਇਹ ਕਾਮਲ ਹੈ। ਸਾਹਿਬ ਕਹਿਣ ਲੱਗੇ ਪੂਰਨ ਅਕਲ ਵਾਲਾ ਹੈ। ਸੇਈ ਅਕਲ ਕਮਾਲ। ਕਮਾਲ ਦਾ ਅਰਥ ਹੈ ਪੂਰਨ ਹੈ ਸਿਆਣਾ ਤੇ ਦਾਨਾ ਪ੍ਰਧਾਨਾ ਹੈ ਜਿਹਦੀ ਲਿਵ ਖੁਦਾ ਪਰਮੇਸ਼ਰ ਦੇ ਚਰਨਾਂ ਨਾਲ ਲੱਗ ਗਈ ਹੈ। ਸਤਿਗੁਰ ਕੀ ਕਹਿਤ ਬਚ ਰੱਬ ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ ਬਾਦਸ਼ਾਹ ਜਹਾਂਗੀਰ ਦੇ ਤਾਈਂ। ਇਹ ਬਚਨ ਕਹਿੰਦੇ ਸੁਣਦਿਆਂ ਜਿਹੜਾ ਰਬ ਸੂਰਜ ਸੀ ਨਾ ਇਹ ਪੱਛਮ ਵਾਲੇ ਪਾਸੇ ਲਹਿੰਦੇ ਵਾਲੇ ਪਾਸੇ ਸੂਰਜ ਅਸਤ ਹੋ ਗਿਆ ਭਾਵ ਸੂਰਜ ਡੁੱਬ ਗਿਆ ਸ਼ਾਮਾਂ ਪੈ ਗਈਆਂ। ਬਾਦਸ਼ਾਹ ਜਹਾਂਗੀਰ ਨੇ ਸੰਧਿਆ ਦਾ ਸਮਾਂ ਲੱਖ ਕੇ ਜਾਣ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਵਿਸਰਜਨ ਹੁੰਦਾ ਵਿਦਾ ਕਰ ਦੇਣਾ। ਆਪਣੇ ਵੱਲੋਂ ਆਪਣੀ ਤਰਫੋਂ ਬਾਦਸ਼ਾਹ ਨੇ ਸਾਰੀ ਗੱਲਬਾਤ ਕਰਕੇ ਤੇ ਗੁਰੂ ਸਾਹਿਬ ਜੀ ਨੂੰ ਵਿਦਾ ਕਰ ਦਿੱਤਾ। ਫਿਰ ਗੁਰੂ ਨਿਕਸੇ ਵਹਿਰ ਚੰਦੂ ਅਵਸਰ ਪਾਏ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਬਾਦਸ਼ਾਹ ਦੇ ਕੋਲੋਂ ਉੱਠੇ ਨਿਕਸੇ ਵਹਿਰ ਕੀਏ ਬਾਹਰ। ਜਦੋਂ ਬਾਦਸ਼ਾਹ ਦੇ ਕਚਹਿਰੀ ਚੋਂ ਘਰ ਚੋਂ ਬਾਹਰ ਨਿਕਲੇ ਚੰਦੂ ਨੇ ਅਵਸਰ ਪਾ ਲਿਆ ਮੌਕਾ ਪਾ ਲਿਆ। ਉਹ ਤਾਂ ਦਾ ਲੱਭਦਾ ਸੀ ਅੱਗੇ ਕਿ ਕਦੋਂ ਮੇਰਾ ਦਾ ਲੱਗੇ ਸੋ ਉਹਨੇ ਦਾ ਪਾ ਕੇ ਮੌਕਾ ਪਾ ਕਰਕੇ ਮੈਂ ਲੈ ਜਾਵਾਂ ਨਿਜ ਸਦਨ ਰਾਖੋਂ ਸੇਵਕ ਰਾਏ। ਤੇ ਬਾਦਸ਼ਾਹ ਨੂੰ ਜਾ ਕੇ ਆਖਿਆ ਕਿ ਹੁਣ ਗੁਰੂ ਪਾਤਸ਼ਾਹ ਦਾ ਕੋਲ ਨਹੀਂ ਤੇ ਮੈਂ ਗੁਰੂ ਅਰਜਨ ਦੇਵ ਨੂੰ ਆਪਣੇ ਘਰ ਲਿਜਾ ਕੇ ਤਸੀਹੇ ਦੇਣੇ ਨੇ। ਇਸ ਵਾਸਤੇ ਹੁਣ ਮੌਕਾ ਕਿ ਬਾਦਸ਼ਾਹ ਨੂੰ ਕਿਹਾ ਜਾਏ। ਛੇਤੀ ਨਾਲ ਜਾ ਕੇ ਆਖਣ ਲੱਗਾ ਬਾਦਸ਼ਾਹ ਮੈਂ ਲੈ ਜਾਵਾਂ ਨਿਜ ਸਦਨ। ਨਿਜ ਹੁੰਦਾ ਆਪਣਾ ਸਦਨ ਹੁੰਦਾ ਘਰ। ਮੈਂ ਆਪਣੇ ਘਰ ਵਿੱਚ ਗੁਰੂ ਨੂੰ ਲੈ ਜਾਂਦਾ ਹਾਂ ਤੇ ਰਾਖੋਂ ਸੇਵਕ ਰਾਏ। ਮੈਂ ਉਹਨਾਂ ਦੀ ਸੇਵਾ ਕਰਵਾ ਕੇ ਉਹਨਾਂ ਨੂੰ ਆਪਣੇ ਘਰ ਵਿੱਚ ਰੱਖਾਂਗਾ। ਸਮਝਾਵੋ ਸਭ ਵਾਰਤਾ ਤੁਮਰੀ ਦਿਸ਼ ਤੇ ਹੋਏ। ਤੇ ਮੈਂ ਉਹਨਾਂ ਨੂੰ ਸਾਰੀ ਵਾਰਤਾ ਸਮਝਾਵਾਂਗਾ ਤੁਮਰੀ ਦਿਸ਼ ਤੇ ਹੋਏ ਤੁਹਾਡੀ ਦਿਸ਼ਾ ਤਰਫੋਂ ਤੁਹਾਡੇ ਵੱਲੋਂ ਕਿ ਬਾਦਸ਼ਾਹ ਇਸ ਤਰ੍ਹਾਂ ਕਹਿੰਦਾ ਹੈ ਬਾਦਸ਼ਾਹ ਇਸ ਤਰ੍ਹਾਂ ਕਹਿੰਦਾ। ਕਈਆਂ ਨੇ ਗੱਲ ਆਪਣੀ ਕਰਨੀ ਹੁੰਦੀ ਤੇ ਨਾ ਦੂਜਿਆਂ ਦਾ ਲੈ ਕੇ ਕੰਮ ਕਰਾਉਂਦੇ ਫਲਾਨਾ ਇੱਦਾਂ ਕਹਿੰਦਾ ਸੀ ਤਾਂ ਉਹਨੂੰ ਇੱਦਾਂ ਕਰ ਲੈਣਾ ਚਾਹੀਦਾ ਨਾਮ ਵਰਤਦੇ ਨੇ। ਇਸੇ ਤਰ੍ਹਾਂ ਹੀ ਚੰਦੂ ਕਹਿਣ ਲੱਗਾ ਕਿ ਮੈਂ ਬਾਦਸ਼ਾਹ ਤੁਹਾਡੀ ਤਰਫੋਂ ਨਾ ਜੋ ਕੁਛ ਵੀ ਸਮਝਾਉਣਾ ਗੁਰੂ ਨੂੰ ਕਹਿਣਾ ਉਹ ਸਮਝਾਵਾਂਗਾ। ਦੋਏ ਲਾਖ ਸੁਖੀ ਨਹੀਂ ਰੱਖੈ ਨ ਤਸਕਰ ਕੋਈ। 2 ਲੱਖ ਰੁਪਈਆ ਮੈਂ ਇਹਨਾਂ ਤੋਂ ਲਵਾਂਗਾ ਜੋ ਡੰਡ ਲਾਇਆ ਹੈ ਤੇ ਫਿਰ ਇਹ ਕੋਈ ਤਸਕਰ ਚੋਰ ਡਾਕੂ ਧਾੜਵੀ ਆਪਣੇ ਕੋਲ ਨਹੀਂ ਰੱਖਣਾ ਕਰੇਗਾ। ਬਿਨਾ ਦੰਡ ਤੇ ਹਟੈ ਨੈ ਦੇਸ਼ ਨ ਹੋਏ ਆਰਾਮ। ਤੇ ਉਹ 2 ਲੱਖ ਰੁਪਈਆ ਮੈਂ ਸੁਖੈਨ ਸੌਖਿਆਂ ਇਹਨਾਂ ਕੋਲੋਂ ਲੈ ਲਵਾਂਗਾ। ਜਦੋਂ ਆਪਣੇ ਘਰ ਲੈ ਗਿਆ ਤੇ ਇਹਨਾਂ ਨੂੰ ਦਬਕਾਇਆ ਧਮਕਾਇਆ ਸਜ਼ਾ ਦਿੱਤੀ ਤੇ ਪੈਸੇ ਕਿਉਂ ਨਹੀਂ ਭਲਾ ਦੇਣਗੇ ਸੌਖਿਆਂ ਹੀ ਪੈਸੇ ਦੇ ਦੇਣਗੇ ਤੇ ਫਿਰ ਕਿਸੇ ਚੋਰ ਤਸਕਰ ਨੂੰ ਆਪਣੇ ਕੋਲ ਨਹੀਂ ਰੱਖਣਗੇ। ਨਹੀਂ ਤਾਂ ਬਾਦਸ਼ਾਹ ਬਿਨਾਂ ਡੰਡ ਤੇ ਹਟੇ ਨਾ ਹੈ। ਜਿੰਨਾ ਚਿਰ ਇਹਨਾਂ ਨੂੰ ਡੰਡ ਨਾ ਦਿੱਤਾ ਸਜ਼ਾ ਨਾ ਦਿੱਤੀ ਇਹਨਾਂ ਨਹੀਂ ਜੇ ਹਟਣਾ ਤੇ ਨਾ ਹੀ ਦੇਸ਼ ਦੇ ਵਿੱਚ ਆਰਾਮ ਸ਼ਾਂਤੀ ਹੋਣੀ ਹੈ। ਕਰੋ ਨਿਆਵ ਈਮਾਨ ਤੁਮ ਸੁਜਸ ਜਗਤ ਅਬਿਰਾਮ। ਤੇ ਤੁਸੀਂ ਬੜੇ ਨਿਆਂ ਪਸੰਦ ਈਮਾਨ ਰੱਖਣ ਵਾਲੇ ਹੋ ਧਰਮ ਦਾ ਨਿਆਂ ਕਰਨ ਵਾਲੇ ਬਾਦਸ਼ਾਹ ਹੋ।
ਤੁਹਾਡਾ ਸ੍ਰੇਸ਼ਟ ਜਸ ਅਬਰਾਮ ਸੁੰਦਰ ਜਸ ਸੰਸਾਰ ਵਿੱਚ ਫੈਲਿਆ ਹੈ। ਸ਼ਹਿਜ਼ਾਦਾ ਰਾਖਿਓ ਨਿਕਟ ਪਾਏ ਤੇ ਦਾਰਕ ਸੋਏ। ਵੇਖੋ ਜੀ, ਇਹਨਾਂ ਨੇ ਤੁਹਾਡਾ ਸ਼ਹਿਜ਼ਾਦਾ ਜਿਹੜਾ ਖੁਸਰੋ ਸੀ ਨਾ, ਉਹਨੂੰ ਇਹਨਾਂ ਪਨਾਹ ਦਿੱਤੀ ਸੀ। ਇਹਨਾਂ ਨੇ ਉਹਨੂੰ ਕੋਲ ਰੱਖਿਆ ਸੀ। ਇਹ ਵੀ ਕੰਨ ਭਰਨ ਲੱਗਾ। ਫਿਰ ਇਹਨਾਂ ਨੇ ਉਹਨੂੰ ਕੋਲ ਰੱਖਿਆ ਤੇ ਇਸ ਵਾਸਤੇ ਪਾਏ ਤਦਾਰਕ ਸੋਏ। ਤਦਾਰਕ ਹੁੰਦੀ ਸਜ਼ਾ। ਅਰਬੀ ਵਿੱਚ ਤਦਾਰਕ ਦਾ ਅਰਥ ਹੁੰਦਾ ਹੈ ਡੰਡ, ਸਜ਼ਾ ਦੇਣੀ। ਇਸ ਵਾਸਤੇ ਫਿਰ ਇਹ ਉਸ ਗੱਲ ਦੀ ਸਜ਼ਾ ਪਾਉਣੀ ਕਰਨ। ਵਿਜਾਏ ਬੋਹਰੋ ਕਰੇ ਔਰ ਦੀਰਘ ਡਰ ਹੋਏ। ਤੇ ਜਦੋਂ ਇਹਨਾਂ ਨੇ ਸਜ਼ਾ ਪਾ ਲਈ ਨਾ, ਫਿਰ ਨਹੀਂ ਬਜਾਏ। ਬਜਾਏ ਦਾ ਅਰਥ ਹੁੰਦਾ ਅਯੋਗ। ਫਿਰ ਕਦੀ ਕੋਈ ਅਯੋਗ ਗੱਲ, ਕੋਈ ਕੰਮ ਨਹੀਂ ਕਰਨਗੇ। ਔਰ ਹਿਰਦੇ 'ਚ ਦੀਰਘ ਦਾ ਡਰ ਹੋਏ। ਮਨ ਵਿੱਚ ਇਹਨਾਂ ਦੇ ਬੜਾ ਡਰ ਹੋਵੇਗਾ, ਖੌਫ ਹੋਵੇਗਾ। ਫਿਰ ਕਦੇ ਕੋਈ ਗਲਤ ਕੰਮ ਨਹੀਂ ਕਰਨਗੇ। ਕੋ ਦੋਸ਼ ਨਾ ਹੋਏ ਕੁਛ ਮੈਂ ਦੇਵੋਂ ਦੋਏ ਲਾਖ। ਬਾਦਸ਼ਾਹ, ਤੁਹਾਨੂੰ ਕੋਈ ਦੋਸ਼ ਔਗਣ ਨਹੀਂ ਹੋਵੇਗਾ। ਇਸ ਗੱਲ ਵਿੱਚ ਤੁਹਾਨੂੰ ਕੋਈ ਦੋਸ਼ ਪਾਪ ਨਹੀਂ ਲੱਗੇਗਾ। ਮੇਰੇ ਸਿਰ ਗੱਲ ਸੁੱਟ ਦਿਓ ਤੇ ਮੈਂ 2 ਲੱਖ ਰੁਪਈਆ ਤੁਹਾਡੇ ਵੱਲੋਂ ਜੁਰਮਾਨਾ ਇਹਨਾਂ ਕੋਲੋਂ ਲੈ ਲਵਾਂਗਾ। ਇਹ ਜਿਹੜੀ ਗੱਲ ਹੈ ਭਾਈ ਸੰਤੋਖ ਸਿੰਘ ਹੀ ਨਹੀਂ ਕੇਵਲ ਲਿਖ ਰਿਹਾ, ਸਗੋਂ ਇੱਕ ਮੁਸਲਮਾਨ ਉਸ ਸਮੇਂ ਦਾ ਸਮਕਾਲੀ ਇਤਿਹਾਸਕਾਰ, ਉਹਨੇ 2 ਲੱਖ ਦੀ ਚੱਟੀ ਲੈਣ ਦੇ ਸੰਬੰਧ ਵਿੱਚ ਇੱਕ ਗ੍ਰੰਥ ਹੈ ਦੱਬੇ ਸਥਾਨ, ਮੁਸਲਮਾਨ ਮਨੁੱਖ ਦਾ ਲਿਖਿਆ ਹੋਇਆ। ਉਸ ਗ੍ਰੰਥ ਦਾ ਨਾਮ ਹੈ ਦੱਬੇ ਸਥਾਨ ਮਜ਼ਾਹਬ। ਉਸ ਵਿੱਚ ਲਿਖਿਆ ਹੈ ਕਿ ਸਵਰਗਵਾਸੀ ਨੂਰੋਦੀਨ ਮੁਹੰਮਦ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਤੋਂ ਇਸ ਕਰਕੇ ਉਹਨਾਂ ਦੇ ਸਵਰਗਵਾਸੀ ਜਹਾਂਗੀਰ ਦਾ ਪੁੱਤਰ ਜਿਹੜਾ ਸੀ ਸ਼ਾਹਜ਼ਾਦਾ ਖੁਸਰੋ ਜੋ ਕਿ ਸਤਿਕਾਰਯੋਗ ਪਿਤਾ ਨੇ ਬੇਦਖਲ ਕੀਤਾ ਸੀ। ਇਹ ਬਾਦਸ਼ਾਹ ਵਾਸਤੇ ਸ਼ਬਦ ਵਰਤਦਾ ਹੈ ਕਿਉਂਕਿ ਉਹ ਵੀ ਮੁਸਲਮਾਨ ਹੈ। ਜਿਹੜਾ ਦੱਬ ਸਥਾਨ ਦਾ ਕਰਤਾ ਹੈ ਉਹ ਲਿਖ ਰਿਹਾ ਹੈ ਕਿ ਸਤਿਕਾਰਯੋਗ ਬਾਦਸ਼ਾਹ ਨੇ ਆਪਣੇ ਪੁੱਤਰ ਖੁਸਰੋ ਨੂੰ ਬੇਦਖਲ ਕੀਤਾ ਹੋਇਆ ਸੀ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਖੁਸਰੋ ਦੇ ਹੱਕ ਵਿੱਚ ਉਹਦੀ ਭਲਾਈ ਦੀ, ਚੜ੍ਹਦੀ ਕਲਾ ਦੀ ਅਰਦਾਸ ਕੀਤੀ ਸੀ ਤੇ ਖੁਸਰੋ ਦੇ ਫੜੇ ਜਾਣ ਤੇ ਗੁਰੂ ਪਾਤਸ਼ਾਹ ਜੀ ਤੋਂ ਪੁੱਛ ਕੀਤੀ ਤੇ ਭਾਰਾ ਤਵਾਨ ਮੰਗਿਆ। ਤਵਾਨ ਮੁਸਲਮਾਨਾਂ ਦੀ ਬੋਲੀ ਵਿੱਚ ਕਹਿੰਦੇ ਨੇ ਹਰਜਾਨਾ, ਡੰਡ ਲਾਉਣਾ, ਪੈਸਿਆਂ ਦਾ ਡੰਡ ਲਾਉਣਾ। ਗੁਰੂ ਅਰਜਨ ਦੇਵ ਪਾਤਸ਼ਾਹ ਉਹ ਤਵਾਨ, ਉਹ ਡੰਡ ਨਾ ਦੇ ਸਕੇ। ਉਹਨਾਂ ਨੂੰ ਫੜ ਕੇ ਲਾਹੌਰ ਦੇ ਰੇਤਲੇ ਥਾਂ 'ਤੇ ਰੱਖਿਆ। ਸੂਰਜ ਦੀ ਤਪਸ਼ ਤੇ ਗਰਮੀ ਦੇ ਜ਼ੋਰ ਅਤੇ ਤਵਾਨ ਉਹ ਡੰਡ ਵਸੂਲ ਕਰਨ ਵਾਲਿਆਂ ਵੱਲੋਂ ਦਿੱਤੇ ਗਏ ਤਸੀਹਾਂ ਦੇ ਕਾਰਨ ਆਪ ਜੀ ਨੇ ਆਪਣੀ ਜਾਨ ਦੇ ਦਿੱਤੀ, ਭਾਵ ਸਰੀਰ ਛੱਡ ਦਿੱਤਾ। ਇਹ ਘਟਨਾ ਹਿਜਰੀ ਸੰਮਤ ਜੋ ਮੁਸਲਮਾਨਾਂ ਚੱਲਦਾ ਹੈ 1015 ਵਿੱਚ ਹੋਈ। ਇਹ ਮੁਸਲਮਾਨ ਇਤਿਹਾਸਕਾਰ ਲਿਖਦਾ ਹੈ ਉਸ ਸਮੇਂ ਦਾ ਵਾਕਿਆ, ਜਦੋਂ ਉਹ ਇਤਿਹਾਸਕਾਰ ਸਰੀਰਕ ਤੌਰ 'ਤੇ ਮੌਜੂਦ ਸੀ ਜਦੋਂ ਗੁਰੂ ਪਾਤਸ਼ਾਹ ਦੀ ਸ਼ਹੀਦੀ ਹੋਈ। ਭਾਈ ਸਾਹਿਬ ਨੇ ਐਵੇਂ ਨਹੀਂ ਲਿਖ ਦਿੱਤਾ ਕਿ 2 ਲੱਖ ਰੁਪਈਆ ਕਹਿ ਰਿਹਾ ਹੈ। ਉਹ ਇਤਿਹਾਸ ਤੋਂ ਵਾਕਫ ਸਨ, ਜਾਣਕਾਰ ਸਨ। ਇਸ ਵਾਸਤੇ ਚੰਦੂ ਕਹਿਣ ਲੱਗਾ ਕਿ 2 ਲੱਖ ਰੁਪਈਆ ਮੈਂ ਇਹਨਾਂ ਤੋਂ ਲੈ ਲਵਾਂਗਾ। ਖਜ਼ਾਨੇ ਦਾਖਲੀ 3-4 ਦਿਨ ਰਾਖ। ਮੈਂ 3-4 ਦਿਨ ਇਹਨਾਂ ਨੂੰ ਆਪਣੇ ਘਰ ਰੱਖ ਕੇ ਸਜ਼ਾ ਦੇਵਾਂਗਾ, ਡਰਾਵਾਂਗਾ ਤੇ ਉਹ 2 ਲੱਖ ਰੁਪਈਆ ਤੁਹਾਡੇ ਖਜ਼ਾਨੇ 'ਚ ਦਾਖਲ ਕਰ ਦੇਵਾਂਗਾ, ਜਮ੍ਹਾਂ ਕਰਵਾ ਦੇਵਾਂਗਾ। ਬਨੇ ਕਸ਼ਮੀਰ ਕੋ ਰਾਵਰ ਕਰਨ ਪਿਆਨ। ਤੇ ਤੁਹਾਡਾ ਹੁਣ ਕਸ਼ਮੀਰ ਨੂੰ ਪਿਆਨਾ ਕਰਨਾ ਜਾਣਾ ਹੁਣ ਨਹੀਂ ਜੇ ਬਣਦਾ। ਪਹਿਲਾਂ ਤਾਂ ਚੁੱਕ ਚੁਕਾ ਕੇ ਕਿਹਾ ਜੀ ਤੁਹਾਡੇ ਬਜ਼ੁਰਗ ਕਸ਼ਮੀਰ ਜਾਂਦੇ ਸੀ, ਬੜਾ ਠੰਡਾ ਇਲਾਕਾ, ਹੁਣ ਗਰਮੀ ਪੈਂਦੀ ਹੈ, ਤਪਸ਼ ਪੈਂਦੀ, ਤੁਸੀਂ ਵੀ ਕਸ਼ਮੀਰ ਦੀਆਂ ਠੰਡੀਆਂ ਹਵਾਵਾਂ ਵਿੱਚ ਜਾਓ, ਮੌਜ ਮਾਣੋ। ਹੁਣ ਇਹਦਾ ਕੰਮ ਹੋ ਗਿਆ, ਕਹਿਣ ਲੱਗਾ ਹੁਣ ਤੁਸੀਂ ਕਸ਼ਮੀਰ ਨਾ ਹੀ ਜਾਵੋ ਤੇ ਚੰਗਾ ਹੈ। ਇਸ ਵਾਸਤੇ ਤੁਸੀਂ ਹੁਣ ਕਸ਼ਮੀਰ ਜਾਣ ਦਾ ਵਿਚਾਰ ਛੱਡ ਦਿਓ। ਮਰਜ਼ੀ ਔਰ ਦਿੱਲੀ ਚਲੋ ਮਾਨ ਵਿਨੋਦ ਮਾਨ। ਤੁਹਾਡੇ ਮਨ ਦੀ ਮਰਜ਼ੀ ਹੈ, ਜਿਵੇਂ ਤੁਹਾਡੀ ਇੱਛਾ, ਤੁਸੀਂ ਦਿੱਲੀ ਨੂੰ ਚੱਲੋ ਤੇ ਉੱਥੇ ਜਾ ਕੇ ਮਾਨ ਵਿਨੋਦ ਮਹਾਨ, ਬਹੁਤਾ ਆਨੰਦ ਮਨ ਨਾ ਕਰੋ। ਆਪ ਕਰੋ ਅਬ ਕੂਚੇ ਕੋ ਪਾਛੇ ਲੈ ਧਨ ਸੋਏ।
ਤੁਸੀਂ ਹੁਣ ਲਾਹੌਰ ਤੋਂ ਕੂਚ ਕਰ ਜਾਓ, ਭਾਵੇਂ ਤੁਸੀਂ ਦਿੱਲੀ ਮੁੜ ਜਾਓ ਤੇ ਭਾਵੇਂ ਕਸ਼ਮੀਰ ਨੂੰ। ਬਹੁਤ ਇਤਿਹਾਸਕਾਰ ਕਹਿੰਦੇ ਕਿ ਬਾਦਸ਼ਾਹ ਇਹ ਹੁਕਮ ਦੇ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਹਾਂਗੀਰ ਬਾਦਸ਼ਾਹ ਚੰਦੂ ਦੇ ਹਵਾਲੇ ਕਰਕੇ ਆਪ ਕਸ਼ਮੀਰ ਨੂੰ ਚਲਿਆ ਗਿਆ ਸੀ। ਐਸਾ ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਇਹ ਸਾਰੀ ਗੱਲ ਚੰਦੂ ਦੇ ਉਸਨੇ ਸਪੁਰਦ ਕਰ ਦਿੱਤੀ ਸੀ ਤੇ ਬਾਦਸ਼ਾਹ ਕਿਸੇ ਗੱਲ ਤੋਂ ਅਣਜਾਣ ਨਹੀਂ ਸੀ ਤੇ ਨਾ ਹੀ ਉਹ ਇਸ ਪਾਪ ਦੇ ਵਿੱਚ ਪੈਣ ਤੋਂ ਬਚ ਸਕਦਾ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਨੇ ਕਿਹਾ ਸੀ, ਜਦੋਂ ਚੰਦੂ ਨੂੰ ਉਹਨਾਂ ਨੇ ਆਪਣੇ ਹਵਾਲੇ ਵਿੱਚ ਕੀਤਾ, ਬਾਦਸ਼ਾਹ ਨੇ ਚੰਦੂ ਨੂੰ ਸਾਹਿਬਾਂ ਦੇ ਹਵਾਲੇ ਕੀਤਾ, ਗੁਰੂ ਪਾਤਸ਼ਾਹ ਨੇ ਉਹਦੀ ਗ੍ਰਿਫਤਾਰੀ ਲੈ ਲਈ ਤੇ ਜਹਾਂਗੀਰ ਨੂੰ ਬਚਨ ਕਿਹਾ ਸੀ 6ਵੇਂ ਰੂਪ ਵਿੱਚ ਕਿ ਬਾਦਸ਼ਾਹ ਜਹਾਂਗੀਰ ਤੇਰੇ ਨਾਲ ਪ੍ਰਲੋਕ ਵਿੱਚ ਨਜਿੱਠਾਂਗੇ, ਚੰਦੂ ਦੇ ਨਾਲ ਹਿਸਾਬ ਕਿਤਾਬ ਅਸੀਂ ਹੁਣੇ ਹੀ ਕਰਾਂਗੇ। ਇਹ ਬਚਨ ਜਹਾਂਗੀਰ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਦਿੱਲੀ ਕਹੇ ਸਨ। ਸੋ ਤੁਸੀਂ ਹੁਣ ਵਾਪਸ ਮੁੜ ਜਾਓ, ਦਿੱਲੀ ਜਾ ਕੇ ਆਨੰਦ ਮਨ ਨਾ ਕਰੋ। ਕਰੇ ਸਵਾਰਿਸ਼ ਕਹੂੰ ਕੋ ਨਹਿ ਸੁਣੀਐ ਤਿਸ ਜੋਇ। ਤੇ ਤੁਸੀਂ ਇੱਥੋਂ ਕੂਚ ਕਰ ਜਾਓ, ਤੁਹਾਡੇ ਜਾਣ ਤੋਂ ਬਾਅਦ ਪਾਛੇ ਲੈ ਤਨ ਸੋ ਇਹਨਾਂ ਕੋਲੋਂ 2 ਲੱਖ ਰੁਪਈਆ ਡੰਡ ਲਵਾਂਗਾ। ਜਿਹੜਾ ਇਹਨਾਂ ਦੀ ਸਿਫਾਰਿਸ਼ ਤੁਹਾਡੇ ਕੋਲ ਕਰੇ ਨਾ ਕਿ ਗੁਰੂ ਅਰਜਨ ਦੇਵ ਨਿਰਦੋਸ਼ ਬੇਗੁਨਾਹ ਹੈ, ਉਹਦੀ ਸਿਫਾਰਿਸ਼ ਨਾ ਸੁਣਿਓ ਕਿ ਤੁਸੀਂ ਫਿਰ ਕੋਈ ਨਾ ਕੋਈ ਰੁਕਾ ਮੇਰੇ ਕੋਲ ਘੱਲ ਦਿਓ ਕਿ ਚੰਦੂ ਗੁਰੂ ਅਰਜਨ ਦੇਵ ਨੂੰ ਰਿਹਾ ਕਰ ਦੇ। ਇਸ ਵਾਸਤੇ ਤੁਸੀਂ ਮੇਰੇ ਕੋਲ ਕੋਈ ਸਿਫਾਰਿਸ਼ ਇਹਨਾਂ ਦੀ ਨਹੀਂ ਘੱਲਣੀ ਤੇ ਨਾ ਤੁਸੀਂ ਕੋਈ ਇਹਨਾਂ ਦੀ ਸਿਫਾਰਿਸ਼ ਫਰਿਆਦ ਸੁਣਿਓ। ਆਨ ਕਰ ਕਹਿਵਾਈ ਸ਼ਾਹ ਤੇ ਨਿਕਸਿਓ ਤਤ ਛਿਨਾਏ। ਬਾਦਸ਼ਾਹ ਦੇ ਕੋਲੋਂ ਦੁਸ਼ਟ ਚੰਦੂ ਨੇ ਹਾਂ ਕਰਵਾ ਲਈ ਤੇ ਹਾਂ ਕਰਵਾ ਕੇ ਛੇਤੀ ਨਾਲ ਬਾਦਸ਼ਾਹ ਦੇ ਕੋਲੋਂ ਤੁਰ ਪਿਆ ਕਿ ਕਿਤੇ ਗੁਰੂ ਅਰਜਨ ਦੇਵ ਆਸੇ ਪਾਸੇ ਨਾ ਚਲੇ ਜਾਣ। ਛੇਤੀ ਨਾਲ ਨਿਕਲ ਕੇ ਬਾਹਰ ਆ ਗਿਆ। ਸਿਪਾਹੀ ਸੰਗ ਗੁਰ ਨਿਜ ਡੇਰੇ ਕੋ ਲਿਆਏ। ਚੰਦੂ ਨੇ ਆਪਣੇ ਸਿਪਾਹੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਨਾਲ ਕਰ ਦਿੱਤੇ, ਭਾਵ ਕਿ ਗੁਰੂ ਸਾਹਿਬ ਦੀ ਗ੍ਰਿਫਤਾਰੀ ਕਰ ਲਈ। ਆਪਣੇ ਡੇਰੇ, ਆਪਣੀ ਹਵੇਲੀ ਵਿੱਚ, ਆਪਣੇ ਘਰ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਲੈ ਆਂਦਾ। ਪੰਜ ਸਿੱਖ ਡਿਓੜੀ ਵਿਖੈ ਕਰਕੇ ਕੈਦ ਬਿਠਾਈ। ਜਿਹੜੇ 5 ਗੁਰਸਿੱਖ ਸਨ ਇਹਨਾਂ ਨੂੰ ਡਿਓੜੀ ਦੇ ਵਿੱਚ ਕੈਦ ਕਰਕੇ ਬਿਠਾ ਦਿੱਤਾ ਗਿਆ। ਉਹ 5 ਗੁਰਸਿੱਖ ਬੜੀ ਕਰਨੀ ਕਮਾਈ ਵਾਲੇ ਮਰਦ, ਦਲੇਰ ਸੂਰਮੇ ਸਨ। ਬਹਾਦਰ ਬਾਬਾ ਬਿਧੀ ਚੰਦ ਉਹਨਾਂ ਵਿੱਚੋਂ ਇੱਕ ਮੁੱਖ। ਦੂਜਾ ਭਾਈ ਜੇਠਾ ਜੀ, ਜਿਹਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਕਮਾਨ ਹੇਠ ਜੰਗਾਂ ਯੁੱਧਾਂ ਵਿੱਚ ਬੜੀ ਬਹਾਦਰੀ ਵਿਖਾਈ, ਉਹ ਭਾਈ ਜੇਠਾ। ਇਸੇ ਤਰ੍ਹਾਂ ਭਾਈ ਲੰਗਾ ਬੜਾ ਭਾਵਨਾ ਵਾਲਾ ਸਿੱਖ ਸੀ, ਝਬਾਲ ਨਗਰ ਦਾ ਰਹਿਣ ਵਾਲਾ। ਇਹਦੇ ਘਰ ਵਿੱਚ ਹੀ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਆਪਣੀ ਧੀ ਦੀ ਬਰਾਤ ਸੱਦੀ ਸੀ। ਜਦੋਂ ਅੰਮ੍ਰਿਤਸਰ ਵਿਖੇ ਜੰਗ ਹੋ ਰਿਹਾ ਸੀ ਤਾਂ ਪਾਤਸ਼ਾਹ ਨੇ ਇਹਦੇ ਘਰ ਵਿੱਚ ਜਾ ਕੇ ਬੀਬੀ ਵੀਰੋ ਦੀ ਸ਼ਾਦੀ ਕੀਤੀ ਸੀ। ਮਾਲਵੇ ਵਿੱਚ ਪਿੰਡ ਹੈ ਮੱਲਾ, ਉਸ ਮੱਲੇ ਨਗਰ ਤੋਂ ਬਰਾਤ ਆ ਰਹੀ ਸੀ ਅੰਮ੍ਰਿਤਸਰ ਸਾਹਿਬ ਨੂੰ। ਮੁਖਲਸ ਖਾਨ ਨੇ ਲਾਹੌਰੋਂ ਫੌਜ ਚੜ੍ਹਾ ਕੇ 7000 ਫੌਜਾਂ ਲੈ ਕੇ ਹਮਲਾ ਕਰ ਦਿੱਤਾ। 3 ਪਹਿਰਾਂ 'ਚ 7000 ਫੌਜ ਦਾ ਖਾਤਮਾ ਕਰਕੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਅੰਮ੍ਰਿਤਸਰ ਸਾਹਿਬ ਤੋਂ ਝਬਾਲ ਚਲੇ ਗਏ। ਉੱਥੇ ਜਾ ਕੇ ਭਾਈ ਲੰਗਾ ਦੇ ਘਰ ਵਿੱਚ ਆਪਣੀ ਧੀ ਬੀਬੀ ਵੀਰੋ ਦੀ ਸ਼ਾਦੀ ਭਾਈ ਸਾਧੂ, ਜੋ ਮੱਲੇ ਨਗਰ ਦਾ ਨਿਵਾਸੀ ਸੀ ਮਾਲਵੇ ਦਾ, ਉਹਦੇ ਨਾਲ ਕੀਤੀ। ਬੜੀਆਂ ਬਖਸ਼ਿਸ਼ਾਂ ਸਾਹਿਬਾਂ ਨੇ ਭਾਈ ਲੰਗਾ ਨੂੰ ਦਿੱਤੀਆਂ। ਚੌਥਾ ਸਿੱਖ ਸੀ ਭਾਈ ਪਿਰਾਣਾ। 5ਵਾਂ ਸਿੱਖ ਸੀ ਭਾਈ ਪੈੜਾ। ਭਾਈ ਪੈੜਾ ਉਹ ਸਿੱਖ ਸੀ ਜਿਹੜਾ ਪ੍ਰਾਣ ਸੰਗਲੀ ਲੈ ਕੇ ਆਇਆ ਸੀ, ਪਿੱਛੇ ਜੀ ਦਾ ਜ਼ਿਕਰ ਆਇਆ ਸੀ। ਇਹ 5 ਗੁਰਸਿੱਖ ਸਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਨਾਲ ਸ਼ਹੀਦੀ ਦੇ ਸਮੇਂ। ਸੋ ਇਹਨਾਂ 5 ਨੂੰ ਭਾਈ ਸਾਹਿਬ ਕਹਿੰਦੇ ਗ੍ਰਿਫਤਾਰ ਕਰਕੇ ਨਾ, ਕੈਦ ਕਰਕੇ ਤੇ ਦਿਓੜੀ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਗੁਰੂ ਪਾਤਸ਼ਾਹ ਤੋਂ ਵੱਖਰੇ ਕਰਕੇ ਬਿਠਾ ਦਿੱਤਾ। ਅੰਤਰ ਗੁਰੂ ਉਤਾਰ ਕੇ ਕਹਿ ਕਹਾਰ ਨਿਕਸਾਈ। 5 ਗੁਰਸਿੱਖਾਂ ਨੂੰ ਬਾਹਰ ਡਿਓੜੀ 'ਚ ਕੈਦ ਕਰਕੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਆਪਣੀ ਹਵੇਲੀ ਦੇ ਅੰਦਰ ਲੈ ਗਿਆ ਦੁਸ਼ਟ ਚੰਦੂ। ਕਹਾਰਾਂ ਨੂੰ ਕਹਿ ਕੇ ਗੁਰੂ ਸਾਹਿਬ ਜੀ ਦੀ ਪਾਲਕੀ ਉਸ ਪਾਸੇ ਨੂੰ ਲੈ ਗਿਆ ਸੀ ਤੇ ਕਹਾਰਾਂ ਨੂੰ ਕਹਿ ਕਰਕੇ ਆਖ ਕੇ ਤੇ ਗੁਰੂ ਸਾਹਿਬ ਜੀ ਨੂੰ ਪਾਲਕੀ ਦੇ ਵਿੱਚੋਂ ਬਾਹਰ ਕਢਵਾਇਆ। ਮਰ ਭਏ ਕਰ ਲੈ ਬਰਿਓ ਡੇਰਾ ਦਿਓ ਕਰਾ। ਜਦੋਂ ਦੁਸ਼ਟ ਚੰਦੂ ਨੇ ਇਹ ਪਾਪ ਭੈੜਾ ਮਨਸੂਬਾ ਸਾਰਾ
ਤਿਆਰ ਕੀਤਾ। ਉਸ ਸਮੇਂ ਹਨੇਰਾ ਹੋ ਚੁੱਕਾ ਸੀ, ਸੂਰਜ ਅਸਤ ਹੋ ਚੁੱਕਾ ਸੀ। ਭਾਈ ਸਾਹਿਬ ਕਹਿੰਦੇ ਤਿਮਰ ਪਏ, ਹਨੇਰਾ ਹੋ ਗਿਆ ਸੀ। ਜਦੋਂ ਦੁਸ਼ਟ ਚੰਦੂ ਆਪਣੇ ਘਰ ਵਿੱਚ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਜਾ ਪਹੁੰਚਾ। ਸਿਪਾਹੀ ਦ੍ਰਿੜ ਕਰੇ ਸਾਵਧਾਨ ਹਰਖਾ। ਬੜੇ ਸਿਪਾਹੀ ਇਹਨੇ ਸਾਵਧਾਨ ਕਰ ਦਿੱਤੇ ਤੇ ਬੜਾ ਖੁਸ਼ ਹੋ ਗਿਆ ਕਿ ਹੁਣ ਮੈਂ ਮਨ ਮਾਨੀ ਕਰਾਂਗਾ, ਜੋ ਮੇਰੇ ਮਨ ਆਈ ਗੁਰੂ ਅਰਜਨ ਦੇ ਪਾਤਸ਼ਾਹ ਨਾਲ ਉਹੋ ਜਿਹਾ ਹੀ ਵਰਤਾ ਕਰਾਂਗਾ। ਇਸ ਬਾਸੁਰ ਠਾਂਡੇ ਰਹੋ ਗਏ ਹਾਥ ਅਸ ਢਾਲ। ਸਿਪਾਹੀਆਂ ਨੂੰ ਕਹਿ ਦਿੱਤਾ ਕਿ ਤੁਸੀਂ ਰਾਤ ਦਿਨ ਢਾਲਾਂ ਕਿਰਪਾਨਾਂ ਫੜ ਕੇ ਸਾਵਧਾਨ ਹੋ ਕਰਕੇ ਰਹੋ। ਨਿਕਟ ਨ ਆਵਨ ਦੇਹੋ ਕਿਸ ਭੀਰ ਕੇ ਵਾਰ ਵਿਸਾਰ। ਤੇ ਕਿਸੇ ਨੂੰ ਨੇੜੇ ਨਹੀਂ ਆਉਣ ਦੇਣਾ, ਨਿਕਟ ਨਹੀਂ ਆਉਣ ਦੇਣਾ। ਤੇ ਵੱਡਾ ਦਰਵਾਜ਼ਾ ਜਿਹੜਾ ਦਿਉੜੀ ਦਾ ਉਹ ਚੰਗੀ ਤਰ੍ਹਾਂ ਬੰਦ ਕਰਕੇ ਰੱਖੋ। ਮਨ ਭਾਵਤ ਮੇਰੀ ਭਈ ਹਰਖਿਓ ਮੂੜ ਵਿਸਾਲ। ਇਹ ਮੂਰਖ ਦੁਸ਼ਟ ਇਸ ਗੱਲ ਤੋਂ ਅਣਜਾਣ ਹੈ ਕਿ ਮੇਰੇ ਨਾਲ ਅੱਗੇ ਕੀ ਹੋਣੀ ਹੈ। ਮਨ ਭਾਵਤ ਮੇਰੀ ਪਈ, ਮਨ 'ਚ ਸੋਚਦਾ ਕਿ ਮੇਰੇ ਮਨ ਭਾਉਣ ਦੀ ਗੱਲ ਹੋ ਗਈ, ਜੋ ਮੈਂ ਚਾਹੁੰਦਾ ਸੀ ਨਾ ਉਹ ਹੁਣ ਹੋ ਗਿਆ ਹੈ। ਮਹਾ ਮੂਰਖ ਦੁਸ਼ਟ ਚੰਦੂ ਮਨ ਹੀ ਮਨ ਵਿੱਚ ਬੜਾ ਖੁਸ਼ ਹੋ ਰਿਹਾ ਹੈ। ਉਪਤਿਓ ਖਾਤਰ ਜਮਾ ਕਰ ਠਾਂਡੇ ਨਰ ਜਾਲ। ਤੇ ਰਾਤ ਨੂੰ ਖਾਤਰ ਜਮ੍ਹਾਂ ਕਰਕੇ, ਮਾਲਵੇ ਦੇ ਲੋਕ ਹਰ ਗੱਲ ਵਿੱਚ ਜਮ੍ਹਾਂ ਸ਼ਬਦ ਵਰਤਦੇ, ਜਮ੍ਹਾਂ ਹੀ ਸੱਚ ਹੈ, ਇਹ ਗੱਲ ਜਮ੍ਹਾਂ ਹੀ ਝੂਠ ਹੈ। ਜਮ੍ਹਾਂ ਹੀ ਬਹੁਤ ਘੱਟ ਸੀ। ਭਾਈ ਸਾਹਿਬ ਕਹਿੰਦੇ ਖਾਤਰ ਜਮ੍ਹਾਂ, ਖਾਤਰ ਜਮ੍ਹਾਂ ਹੁੰਦੀ ਹੈ ਤਸੱਲੀ ਕਰਨੀ, ਨਿਸ਼ਾ ਕਰਨੀ, ਭਰੋਸਾ ਕਰ ਲੈਣਾ ਕਿ ਹੁਣ ਜੋ ਮੈਂ ਚਾਹੁੰਦਾ ਸੀ ਗੱਲ ਹੋਵੇਗੀ, ਹੁਣ ਕੋਈ ਖਤਰਾ ਨਹੀਂ। ਰਾਤ ਦੇ ਸਮੇਂ ਚੰਦੂ ਬੜਾ ਬੇਫਿਕਰ ਹੋ ਕੇ ਸੁੱਤਾ, ਆਪਣੀ ਸਾਰੀ ਤਸੱਲੀ ਕਰਕੇ। ਠਾਂਡੇ ਨਰ ਜਾਲ, ਬਹੁਤ ਸਾਰੇ ਜਾਲਦਾਰ ਇੱਥੇ ਬਹੁਤੇ ਲੋਕ ਸਿਪਾਹੀ ਠਾਂਡੇ ਕੀਤੇ, ਪਹਿਰੇ ਤੇ ਖਿਲਾਰ ਦਿੱਤੇ ਕਿ ਕਿਤੇ ਗੁਰੂ ਅਰਜਨ ਦੇਵ ਪਾਤਸ਼ਾਹ ਹਨੇਰੇ ਸਵੇਰੇ ਰਾਤ ਬਰਾਤੇ ਕਿਤੇ ਇੱਥੋਂ ਭੱਜ ਨਾ ਜਾਵੇ, ਨਿਕਲ ਨਾ ਜਾਏ, ਆਪਣਾ ਬਚਾਅ ਕਰਕੇ ਚਲਿਆ ਨਾ ਜਾਵੇ। ਹੁਣ ਮੇਰੇ ਕਾਬੂ ਆਏ ਨੇ ਤੇ ਮੈਂ ਹੁਣ ਜੋ ਮੇਰੇ ਮਨ ਆਏਗੀ ਕਰਾਂਗਾ। ਇੱਥੇ ਪ੍ਰਸੰਗ ਦੀ ਸਮਾਪਤੀ ਹੋਈ ਹੈ। ਅਗਲੇ ਪ੍ਰਸੰਗ ਵਿੱਚ ਚੰਦੂ ਦੇ ਘਰ ਵਿੱਚ ਉਹ ਕਸ਼ਟਾਂ ਦਾ ਦੌਰ, ਉਹ ਅਤਿਆਚਾਰ ਦਾ, ਉਹ ਬੇਰਹਿਮੀ ਦਾ, ਬੇਦਿਲੀ ਦਾ, ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੇਣ ਵਾਲਾ ਉਹ ਘਿਨਾਉਣਾ ਕਰਮ, ਉਹ ਮਹਾਪਾਪ ਸ਼ੁਰੂ ਹੋ ਗਿਆ। ਉਹ ਭਾਈ ਸਾਹਿਬ ਜੀ ਅਗਲੇ ਅਧਿਆਏ ਵਿੱਚ ਜਿਹੜਾ ਹੁਣ ਆਰੰਭ ਹੋ ਰਿਹਾ ਹੈ 34ਵਾਂ ਅੰਸੂ 34ਵਾਂ ਅਧਿਆਏ, ਉਸ ਵਿੱਚ ਚੰਦੂ ਦੇ ਘਰ ਵਿੱਚ ਕੀ ਕਸ਼ਟ ਸਤਿਗੁਰੂ ਪਾਤਸ਼ਾਹ ਨੇ ਝੱਲੇ। ਅਖੀਰ ਸਾਹਿਬ ਜੀ ਜਿਵੇਂ ਜੋਤੀ ਜੋਤ ਸਮਾਏ, ਭਾਈ ਸਾਹਿਬ ਜੀ ਉਹ ਅਗਲੇ ਪ੍ਰਸੰਗ ਤੋਂ ਪ੍ਰਾਰੰਭ ਕਰਕੇ ਉਹ ਸਾਰਾ ਇਤਿਹਾਸ ਸੁਣਾ ਰਹੇ ਨੇ। ਇੱਥੋਂ ਤੱਕ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਮਾਫੀ ਸਤਿਗੁਰੂ ਗੁਰੂ ਕੀ ਸੰਗਤ ਬਖਸ਼ਣਹਾਰ ਜੀ ਬਖਸ਼ ਲੈਣ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਮਨ ਭਾਵਤ ਮੇਰੀ ਭਈ ਹਰਖਿਓ ਮੂੜ ਵਿਸਾਲ। ਸੁਪਤਿਓ ਖਾਤਰ ਜਮਾ ਕਰ ਠਾਂਡੇ ਨਰ ਜਾਲ। ਵਾਹੇ ਗੁਰੂ ਵਾਹੇ ਗੁਰੂ
ਅਬਨਾਸੀ ਨਾਸ हे पूरन हे सर्ब मैं दुख भंजन ਜਨ ਗੁਣ ਤਾਸ हे संगी हे निरंकार हे निर्गुण ਸਭ ਟੀਕ हे गोबिंद हे गुण निदान ਆਪੇ ਸਦਾ ਵਿਵੇਕ हे अपरंपर हर हरे है पी होवन हे संत कै सदा संग नेदार हे ठाकुर हाँ दासरो मैं निर्गुण गुण नानक दीजै नाम दान राखो आए प्राप शरणागति कृपा निद एक अक्षर हार मान बसत नानक वाहिगुरु नाम जहाज है जो शरदा कार सेवंदे जो शरदा कार सेवंदे हार वाहेगुरु जी का खालसा वाहेगुरु जी की फतेह।